STP देख रहे सारे ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਗੁਰਪ੍ਰਵੇਸ਼। ਜਿਵੇਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਭਾਰਤ ਨੂੰ ਜਿਹੜੀ ਆਜ਼ਾਦੀ ਹੈ ਉਹ 1947 ਦੇ ਵਿੱਚ ਮਿਲੀ। ਇਹ ਆਜ਼ਾਦੀ ਜਿਹੜੀ ਹੈ ਇਹ ਲਗਭਗ 200 ਸਾਲ ਦੀ ਗੁਲਾਮੀ ਹੰਢਾ ਕੇ ਸਾਨੂੰ ਇਹ ਆਜ਼ਾਦੀ ਮਿਲੀ ਆ ਅਤੇ ਹਰ ਚੀਜ਼ ਦੀ ਕੀਮਤ ਸਾਨੂੰ ਉਤਾਰਨੀ ਪੈਂਦੀ ਆ। ਉਸੇ ਤਰ੍ਹਾਂ ਹੀ ਸਾਨੂੰ ਇਸ ਆਜ਼ਾਦੀ ਦੀ ਕੀਮਤ ਵੀ ਉਤਾਰਨੀ ਪਈ। ਇਹ ਕੀਮਤ ਜਿਹੜੀ ਹੈ ਇਹ ਖਾਸ ਕਰ ਪੰਜਾਬੀਆਂ ਨੂੰ ਉਤਾਰਨੀ ਪਈ, ਆਪਣੀ ਜਾਨ ਅਤੇ ਆਪਣੀ ਪੱਤ ਨੂੰ ਗਵਾ ਕੇ। ਅਤੇ ਇਸ ਵੰਡ ਦੀ ਹਨੇਰੀ ਦੇ ਵਿੱਚ ਸਾਡੀ ਇਕੱਲੀ ਜਾਨ ਅਤੇ ਸਾਡੀ ਇਕੱਲੀ ਪੱਤ ਨਹੀਂ ਗਵਾਚੀ, ਸਾਡਾ ਸਾਹਿਤ, ਸਾਡਾ ਸੱਭਿਆਚਾਰ, ਸਾਡੀ ਬੋਲੀ ਅਤੇ ਹੋਰ ਵੀ ਬੜੀਆਂ ਚੀਜ਼ਾਂ ਹੈ ਜਿਹੜੀਆਂ ਸਾਡੇ ਹੱਥੋਂ ਖੁੱਸ ਗਈਆਂ। ਅਤੇ ਜਿਹੜੀ ਇਹ ਵੰਡ ਹੈ, ਇਹ ਵੰਡ ਦੀ ਹਨੇਰੀ ਚਾਹੇ ਇਹ ਜਿੰਨੀ ਵੀ ਜ਼ੋਰਾਵਰ ਕਿਉਂ ਨਾ ਸੀ, ਪਰ ਇਹ ਸਾਡੀਆਂ ਜਿਹੜੀਆਂ ਮੁਹੱਬਤ ਦੀਆਂ ਤੰਦਾਂ ਨੇ ਉਹਨੂੰ ਅੱਜ ਵੀ ਤੋੜ ਨਹੀਂ ਸਕੀ। ਅੱਜ ਵੀ ਜਿਹੜੇ ਇਹ ਦੋਨੇ ਮੁਲਕਾਂ ਦੇ ਲੋਕ ਨੇ ਇਹ ਕਈ ਇਹੋ ਜਿਹੇ ਉਪਰਾਲੇ ਕਰ ਰਹੇ ਨੇ ਲਗਾਤਾਰ, ਜਿਨ੍ਹਾਂ ਉਪਰਾਲਿਆਂ ਦੇ ਸਦਕਾ ਉਸ ਮੁਹੱਬਤ ਨੂੰ ਦੁਬਾਰਾ ਸੁਰਜੀਤ ਜਿਹੜਾ ਹੈ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਅਤੇ ਇੱਕ ਅਜਿਹੀ ਉਪਰਾਲਾ ਜਿਹੜਾ ਹੈ ਉਹ ਲਗਭਗ 80ਵਿਆਂ ਦੇ ਦਹਾਕਿਆਂ 'ਚ ਸ਼ੁਰੂ ਹੋਇਆ, ਜਿਹਨੂੰ ਅਸੀਂ ਆਖਦੇ ਹਾਂ ਵਰਲਡ ਪੰਜਾਬੀ ਕਾਨਫਰੰਸ। ਇਹ ਵਰਲਡ ਪੰਜਾਬੀ ਕਾਨਫਰੰਸ ਦੇ ਵਿੱਚ ਦੋਨੇ ਪੰਜਾਬਾਂ ਤੋਂ ਜਿਹੜੇ ਲੋਕ ਨੇ, ਖਾਸ ਕਰਕੇ ਜਿਹੜੇ ਸਾਹਿਤਕਾਰ ਨੇ, ਉਹ ਇਕੱਠੇ ਜੁੜਦੇ ਨੇ ਅਤੇ ਉੱਥੇ ਮਸ਼ਵਰੇ ਕਰਦੇ ਨੇ ਅਤੇ ਨਾਲ ਦੀ ਨਾਲ ਇਹ ਦੁਆ ਵੀ ਕਰਦੇ ਨੇ ਕਿ ਜਿਹੜਾ ਇਹ ਮੁਲਕਾਂ ਦਾ ਜਿਹੜਾ ਇਹ ਟਕਰਾਅ ਹੈ ਇਹ ਖਤਮ ਹੋ ਜਾਵੇ ਅਤੇ ਇਹ ਜਿਹੜੀਆਂ ਹੱਦਾਂ ਨੇ, ਇਹ ਜਿਹੜੀਆਂ ਸਰਹੱਦਾਂ ਨੇ, ਇਹ ਵੀ ਸਦਾ ਦੇ ਲਈ ਮਿਟ ਜਾਣ। ਅਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਉਹ ਇਸ ਕਾਨਫਰੰਸ ਦੇ ਬਾਰੇ 'ਚ ਹੀ ਹੈ, ਪਾਕਿਸਤਾਨ ਦੇ ਬਾਰੇ 'ਚ ਹੈ, ਉੱਥੋਂ ਦੇ ਸੱਭਿਆਚਾਰ ਦੇ ਬਾਰੇ 'ਚ ਹੈ, ਉੱਥੋਂ ਦੀ ਬੋਲੀ ਦੇ ਬਾਰੇ 'ਚ ਹੈ ਅਤੇ ਉੱਥੋਂ ਦੇ ਸਾਹਿਤ ਦੇ ਬਾਰੇ 'ਚ ਹੈ। ਅਤੇ ਇਸੇ ਵਿਚਾਰ ਚਰਚਾ ਲਈ ਅੱਜ ਸਾਡੇ ਨਾਲ ਜੁੜੇ ਨੇ ਡਾਕਟਰ ਤਰਸਪਾਲ ਕੌਰ। ਮੈਡਮ, ਤੁਹਾਡਾ ਸਵਾਗਤ ਹੈ ਜੀ ਇਸ ਵਿਚਾਰ ਚਰਚਾ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹੈ ਕਿ ਡਾਕਟਰ ਤਰਸਪਾਲ ਕੌਰ ਲਗਭਗ 2 ਸਾਲਾਂ ਤੋਂ ਇਸ ਕਾਨਫਰੰਸ ਦੇ ਨਾਲ ਜੁੜੇ ਹੋਏ ਨੇ ਅਤੇ ਇਸ ਵਾਰ ਵੀ ਇਹ ਜਿਹੜਾ ਹੈ ਕਾਨਫਰੰਸ ਨੂੰ ਅਟੈਂਡ ਕਰਕੇ ਆਏ ਨੇ ਲਾਹੌਰ। ਅਤੇ ਜੇ ਡਾਕਟਰ ਤਰਸਪਾਲ ਬਾਰੇ ਆਪਾਂ ਗੱਲ ਕਰੀਏ ਤਾਂ ਜਿਹੜੇ ਲੋਕ STP ਨਾਲ ਜੁੜੇ ਹੋਏ ਨੇ ਜਾਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੈਸੇ ਡਾਕਟਰ ਤਰਸਪਾਲ ਕੌਰ ਦੇ ਜਿਹੜਾ ਹੈਗਾ ਜਾਣ ਪਛਾਣ ਕਰਾਉਣ ਦੀ ਬਹੁਤੀ ਲੋੜ ਨਹੀਂ। ਉਹ ਜਾਣਦੇ ਨੇ ਕਿ ਇਹ ਇੱਕ ਪ੍ਰਸਿੱਧ ਕਵਿੱਤਰੀ, ਸਾਹਿਤਕਾਰ, ਕਹਾਣੀਕਾਰ, ਨਾਵਲਕਾਰ ਅਤੇ ਵਿਦਵਾਨ ਨੇ ਅਤੇ ਲਗਭਗ 12 ਸਾਲ ਤੋਂ ਜਿਹੜਾ ਹੈਗਾ ਇਹ ਅਧਿਆਪਨ ਦੇ ਖੇਤਰ ਦੇ ਵਿੱਚ ਵੀ ਕਾਰਜ ਨਿਭਾ ਰਹੇ ਨੇ, ਸਹਾਇਕ ਪ੍ਰੋਫੈਸਰ ਵਜੋਂ SD ਕਾਲਜ ਬਰਨਾਲਾ ਵਿਖੇ। ਡਾਕਟਰ ਤਰਸਪਾਲ ਕੌਰ ਨੇ ਜਿੱਥੇ ਪੰਜਾਬੀ ਸਾਹਿਤ ਦੇ ਵਿੱਚ ਯੋਗਦਾਨ ਪਾਇਆ ਅਨੇਕਾਂ ਕਿਤਾਬਾਂ ਦੇ ਨਾਲ, ਉੱਥੇ ਹੀ ਕਈ ਜਿਹੜੇ ਹੈਗੇ ਆ ਖੋਜ ਪੱਤਰ ਵੀ ਲਿਖੇ ਨੇ, ਕਈ ਕੌਮੀ ਅਤੇ ਕੌਮਾਂਤਰੀ ਖੋਜ ਪੱਤਰਕਾਵਾਂ ਦੇ ਲਈ। ਇੱਕ ਹੋਰ ਚੀਜ਼ ਜਿਸ ਬਾਰੇ ਸ਼ਾਇਦ ਬਹੁਤੇ ਲੋਕ ਨਹੀਂ ਜਾਣਦੇ ਹੋਣਗੇ ਕਿ ਡਾਕਟਰ ਤਰਸਪਾਲ ਕੌਰ ਇੱਕ ਬਹੁਤ ਅੱਛੇ ਪੇਂਟਰ ਵੀ ਨੇ ਅਤੇ ਆਪਣੀਆਂ ਕਈ ਕਿਤਾਬਾਂ ਦੇ ਜਿਹੜੇ ਕਵਰ ਨੇ ਇਹਨਾਂ ਨੇ ਖੁਦ ਡਿਜ਼ਾਈਨ ਕੀਤੇ ਹੈ। ਇਹਨਾਂ ਦੀ ਜਿਹੜੀ ਹੁਣੇ ਪਿੱਛੇ ਜਿਹੜੀ ਕਿਤਾਬ ਆਈ ਹੈ ਸ਼ਾਹ ਰਗ, ਉਹਦਾ ਕਵਰ ਵੀ ਇਹਨਾਂ ਨੇ ਖੁਦ ਹੀ ਡਿਜ਼ਾਈਨ ਕੀਤਾ ਹੈ। ਤਾਂ ਮੈਡਮ, ਅਸੀਂ ਤੁਹਾਡਾ ਇੱਕ ਵਾਰੀ ਦੁਬਾਰਾ ਸਵਾਗਤ ਕਰਦੇ ਹਾਂ ਇਸ ਗੱਲਬਾਤ ਦੇ ਵਿੱਚ। ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਵਰਲਡ ਜਿਹੜੀ ਪੰਜਾਬੀ ਕਾਨਫਰੰਸ ਹੈ। ਇਹ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੈ, ਤੁਸੀਂ ਇਹਦੇ ਪਿਛੋਕੜ ਅਤੇ ਇਹਦਾ ਜਿਹੜਾ ਮੰਤਵ ਹੈ ਅਤੇ ਜਿਹੜੇ ਹੁਣ ਤੱਕ ਇਹਦੇ ਇੱਕ ਜਿਹੜੇ ਸਾਰਥਕ ਸਿੱਟੇ ਨਿਕਲੇ ਨੇ, ਉਹਨਾਂ ਬਾਰੇ ਤੁਸੀਂ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਜਾਣਕਾਰੀ ਦਿਓ। ਗੁਰਪ੍ਰਵੇਸ਼ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਮੈਨੂੰ ਤੁਸੀਂ ਇਸ ਮੰਚ ਤੋਂ ਜਿਹੜਾ ਹੈ ਬੋਲਣ ਦਾ ਉਹ ਮੌਕਾ ਦਿੱਤਾ ਹੈ ਅਤੇ ਮੈਂ ਧੰਨਵਾਦੀ ਹਾਂ STP ਟੀਮ ਦੀ ਅਤੇ ਮੇਰੇ ਆਪਣੇ ਕਾਲਜ SD ਕਾਲਜ ਬਰਨਾਲਾ ਦੀ, ਸਮੁੱਚੀ ਮੈਨੇਜਮੈਂਟ ਦੀ ਅਤੇ ਮੇਰੇ ਪਿਆਰੇ ਸਟੂਡੈਂਟਸ ਵਿਦਿਆਰਥੀਆਂ ਦੀ, ਜਿਨ੍ਹਾਂ ਦੇ ਰੂਬਰੂ ਅੱਜ ਮੈਂ ਹੋ ਰਹੀ ਹਾਂ। ਗੁਰਪ੍ਰਵੇਸ਼ ਜੀ, ਤੁਹਾਡਾ ਜਿਹੜਾ ਪਹਿਲਾ ਹੀ ਸਵਾਲ ਹੈ ਨਾ, ਬੜਾ ਆਪਣੇ ਆਪ 'ਚ ਹੀ ਬੜਾ ਮਹੱਤਵਪੂਰਨ ਹੈ, ਬੜਾ ਇੰਪੋਰਟੈਂਟ ਸਵਾਲ ਹੈ ਕਿ ਇਹਨਾਂ ਕਾਨਫਰੰਸਿਸ ਦਾ ਕੀ ਮਕਸਦ ਹੈ ਸਾਡੇ ਦੋਹਾਂ ਪੰਜਾਬਾਂ ਨੂੰ ਜੋੜਨ ਦਾ ਜਾਂ ਦੋਹਾਂ ਪੰਜਾਬਾਂ ਦੀ ਮੁਹੱਬਤ ਅਤੇ ਸਾਂਝ ਨੂੰ ਕਾਇਮ ਕਰਨ ਦਾ। ਦੇਖੋ, ਗੱਲ ਆਜ਼ਾਦੀ ਤੋਂ ਤੁਰੀ ਸੀ। 1947 ਵਿੱਚ ਜਿਹੜਾ ਸਾਡਾ ਪੰਜਾਬ ਸੀ, ਮੇਨਲੀ ਸਾਡਾ ਜਿਹੜਾ ਦੁਖਾਂਤ ਸੀ ਉਹ ਪੰਜਾਬ ਦਾ ਸੀ, ਬੰਗਾਲ ਦਾ ਸੀ। ਸਾਡੀਆਂ ਦੋ ਜਿਹੜੀਆਂ ਮਹੱਤਵਪੂਰਨ ਸਟੇਟਾਂ ਸੀ ਹਿੰਦੁਸਤਾਨ ਦੀਆਂ, ਉਹਨਾਂ ਨੂੰ ਇਹ ਦੁਖਾਂਤ ਹੰਢਾਉਣਾ ਪਿਆ ਅਤੇ ਵੰਡ ਜਿਹੜੀ ਉਹ ਸਾਡੀ ਮੇਨਲੀ ਜੇ ਅਸੀਂ ਦੇਖਿਆ ਜਾਵੇ ਇਹਨਾਂ ਦੋਨਾਂ ਸਟੇਟਾਂ ਦੀ ਹੋਈ ਸੀ। ਪੰਜਾਬ ਦਾ ਦੁਖਾਂਤ ਬਹੁਤ ਵੱਡਾ ਦੁਖਾਂਤ ਹੈ। ਇਹ ਪੂਰੇ ਜੇ ਅਸੀਂ ਵਰਲਡ ਹਿਸਟਰੀ 'ਚ ਦੇਖੀਏ ਤਾਂ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਇਹ ਇਸ ਤਰ੍ਹਾਂ ਦੀ ਉਦਾਹਰਣ ਨਹੀਂ ਮਿਲੀ ਹੋਈ ਹੈ ਕਿ ਇੰਨੇ ਸਾਰੇ
ਲੱਖਾਂ ਦੀ ਤਾਦਾਦ ਵਿੱਚ ਜਿਹੜੇ ਲੋਕ ਸੀਗੇ ਉਹ ਹਿਜਰਤ ਕਰਕੇ ਉੱਧਰੋਂ ਇੱਧਰ ਆਏ, ਇੱਧਰਲੇ ਉੱਧਰ ਗਏ। ਸੋ ਲਹਿੰਦੇ ਤੇ ਚੜ੍ਹਦੇ ਪੰਜਾਬ ਲਈ ਜਿਹੜੀਆਂ ਕੋਸ਼ਿਸ਼ਾਂ ਆਜ਼ਾਦੀ ਤੋਂ ਬਾਅਦ ਇੱਕ ਵਾਰ ਫਿਰ ਜਾਰੀ ਹੋਈਆਂ, ਸਾਡੀਆਂ ਹਕੂਮਤਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜਾਰੀ ਕੀਤੀਆਂ, ਸ਼ੁਰੂ ਕੀਤੀਆਂ, ਕੰਟੀਨਿਊ ਕੀਤੀਆਂ। ਉਹਨਾਂ ਦੇ ਵਿੱਚ ਇੱਕ ਜਿਹੜੀ ਪ੍ਰਮੁੱਖ ਜਿਹੜੀ ਕੋਸ਼ਿਸ਼ ਸੀ ਉਹ ਹੈਗੀ ਸੀ ਵਰਲਡ ਪੰਜਾਬੀ ਕਾਂਗਰਸ ਦੀ, ਜਿਹੜੀ ਕਿ 80ਵੀਆਂ ਦੇ ਦਹਾਕੇ 'ਚ ਇਹ ਪਹਿਲੀ ਵਾਰ ਇਹਨੂੰ ਮਤਲਬ ਸਾਹਮਣੇ ਲਿਆਂਦਾ ਗਿਆ। ਸਾਡੇ ਇਹਨਾਂ ਦੇ ਮੁੱਖ ਨੁਮਾਇੰਦੇ ਜਿਸ ਦੀ ਲਹਿੰਦੇ ਪੰਜਾਬ ਵੱਲੋਂ ਬੋਲੀਏ, ਸਾਡੇ ਬਹੁਤ ਹੀ ਪਿਆਰੇ ਮਾਂ ਬੋਲੀ ਦੇ ਸਾਡੇ ਪਿਆਰੇ ਬੰਦੇ, ਸਾਡੇ ਪ੍ਰਸਿੱਧ ਲੇਖਕ, ਨਾਵਲਕਾਰ, ਗਲਪਕਾਰ ਫਖਰ ਜ਼ਮਾਨ, ਜਨਾਬ ਫਖਰ ਜ਼ਮਾਨ ਹੋਰਾਂ ਨੇ, ਅਤੇ ਇੱਧਰੋਂ ਸਾਡੇ ਡਾਕਟਰ ਦੀਪਕ ਮਨਮੋਹਨ ਸਿੰਘ ਹੋਰੀ। ਉਹਨਾਂ ਦੋਹਾਂ ਸ਼ਖਸੀਅਤਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਹੈ, ਯੋਗਦਾਨ ਹੈ, ਜਿਨ੍ਹਾਂ ਨੇ 80ਵੀਆਂ ਦੇ ਦਹਾਕੇ 'ਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਦੇ ਸਾਹਿਤਕਾਰਾਂ ਨੂੰ, ਦੋਹਾਂ ਪੰਜਾਬਾਂ ਦੇ ਕਲਾਕਾਰਾਂ ਨੂੰ, ਦੋਹਾਂ ਪੰਜਾਬਾਂ ਦੇ ਕਿਸੇ ਵੀ ਕਲਾ ਦੇ ਖੇਤਰ ਵਿੱਚ ਕਿਸੇ ਵੀ ਪ੍ਰਸਿੱਧ ਸ਼ਖਸੀਅਤਾਂ ਨੂੰ ਮਿਲਾਉਣ ਦਾ ਜਿਹੜਾ ਜ਼ਰੀਆ ਹੈ ਉਹ ਇਹ ਕਾਨਫਰੰਸ ਸਾਨੂੰ ਬਣਾਇਆ, ਅਤੇ ਇਹ ਬੜੀਆਂ ਸਾਰਥਕ ਸਿੱਧ ਹੋਈਆਂ ਨੇ। ਹੁਣ ਤੱਕ ਮਤਲਬ ਅਸੀਂ ਜੇ ਦੇਖੀਏ 4 ਦਹਾਕਿਆਂ ਦੇ ਵਿੱਚ 4 ਸਾਢੇ 4 ਦਹਾਕੇ ਹੋ ਚੁੱਕੇ ਨੇ। ਬਹੁਤ ਸਾਰੇ ਲੋਕਾਂ ਦਾ ਆਪਸੀ ਜਿਹੜਾ ਮੇਲ ਮਿਲਾਪ ਹੋਇਆ, ਖਾਸ ਕਰਕੇ ਸਾਡੇ ਲੇਖਕਾਂ ਦਾ, ਸਾਡੇ ਸਾਹਿਤਕਾਰਾਂ ਦਾ, ਸਾਡੇ ਕਲਾਕਾਰਾਂ ਦਾ। ਅਸੀਂ ਦੇਖਦੇ ਹਾਂ, ਅਸੀਂ ਖਬਰਾਂ 'ਚ ਵੀ ਆਮ ਪੜ੍ਹਦੇ ਹਾਂ, ਅਤੇ ਇਹਦੇ ਨਾਲ ਸਾਡੀ ਜਿਹੜੀ ਆਪਸੀ ਸਾਂਝ ਹੈ ਉਹ ਵਧੀ ਹੈ, ਕਿਉਂਕਿ ਕਮਿਊਨੀਕੇਸ਼ਨ ਦੇ ਸਾਧਨ ਤਾਂ ਹੁਣ ਜਾ ਕੇ 21ਵੀਂ ਸਦੀ 'ਚ ਜਾ ਕੇ ਹੁਣ ਸਾਨੂੰ ਮਿਲੇ ਨੇ ਜ਼ਿਆਦਾ। ਇਸ ਤੋਂ ਪਹਿਲਾਂ ਇਹ ਨਾ ਜਿਹੜਾ ਸੀਗਾ ਫੀਲਡ ਇੰਨਾ ਕਾਮਯਾਬ ਫੀਲਡ ਨਹੀਂ ਸੀ, ਸਾਡੀ ਆਪਸੀ ਗੱਲਬਾਤ ਬਹੁਤ ਥੋੜ੍ਹੀ ਹੁੰਦੀ ਸੀ। ਪਰ ਇਹਨਾਂ ਕਾਨਫਰੰਸਾਂ ਦੇ ਜ਼ਰੀਏ ਹੌਲੀ ਹੌਲੀ ਸਾਡੀ ਜਿਹੜੀ ਕ੍ਰੀਏਟਿਵ ਸਾਡੀ ਜਿਹੜੀ ਕਲਾਸ ਹੈ, ਜਿਹੜੀ ਸਾਡੀ ਸਿਰਜਣਾ ਕਰਨ ਵਾਲੀ ਕਲਾਸ ਹੈ, ਸਿਰਜਣਾ ਕਰਨ ਵਾਲਾ ਵਰਗ ਹੈ, ਉਹਨਾਂ ਨੂੰ ਆਪਸ ਵਿੱਚ ਮਿਲਣ ਦਾ ਮੌਕਾ, ਦੋਹਾਂ ਪੰਜਾਬਾਂ ਨੂੰ ਇਕੱਠੇ ਹੋਣ ਦਾ ਮੌਕਾ ਜਿਹੜਾ ਉਹ ਇਹਨਾਂ ਕਾਨਫਰੰਸਾਂ ਦੇ ਜ਼ਰੀਏ ਮਿਲਿਆ। ਅਤੇ ਇਹ ਸੁਭਾਗ ਹੈ ਸਾਡਾ, ਅਤੇ ਮੈਂ ਵੀ 2 ਵਾਰ ਇਹਨਾਂ ਕਾਨਫਰੰਸਾਂ ਦਾ ਹਿੱਸਾ ਬਣੀ ਹਾਂ, ਅਤੇ ਮੇਰੇ ਲਈ ਇਹ ਸੁਭਾਗ ਵਾਲੀ ਗੱਲ ਹੈ। ਅਤੇ ਇਹਨਾਂ ਦਾ ਜਿਹੜਾ ਮੰਤਵ ਹੈ ਆਪਣੇ ਆਪ ਵਿੱਚ ਇੱਕ ਸਫਲ ਹੋਇਆ, ਜਿਹੜੀ ਜਿਸ ਮਕਸਦ ਨਾਲ ਇਹ ਕਾਨਫਰੰਸਾਂ ਸ਼ੁਰੂ ਕੀਤੀਆਂ ਗਈਆਂ ਸੀ, ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀਆਂ ਸਾਂਝਾਂ ਅਤੇ ਮੁਹੱਬਤਾਂ ਨੂੰ ਅੱਗੇ ਲੈ ਕੇ ਜਾਣ ਵਾਲੀਆਂ, ਉਹਨਾਂ 'ਚ ਅਸੀਂ ਸਫਲ ਹੋਏ ਹਾਂ। ਲਹਿੰਦਾ ਪੰਜਾਬ ਵੀ ਸਫਲ ਹੋਇਆ, ਚੜ੍ਹਦਾ ਵੀ ਸਫਲ ਹੋਇਆ। ਅਤੇ ਹਕੂਮਤਾਂ ਨੂੰ ਦੀ ਟਕਰਾਵ ਚਲੋ ਖੈਰ ਚੱਲਦਾ ਹੀ ਆਇਆ ਹੈ, ਪਰ ਆਵਾਮ ਦਾ ਜਿਹੜਾ ਆਪਸੀ ਮੁਹੱਬਤ ਦੀ ਸਾਂਝ ਹੈ ਉਹ ਬੜੀ ਮਾਇਨੇ ਰੱਖਦੀ ਹੈ, ਅਤੇ ਉਹ ਵਧੀ ਹੈ। ਹਾਂਜੀ, ਹਕੂਮਤ ਦੀ ਟਕਰਾਅ ਦੀ ਤੁਸੀਂ ਗੱਲ ਕੀਤੀ ਹੈ, ਅਤੇ 1947 ਤੋਂ ਲੈ ਕੇ ਹੁਣ ਤੱਕ ਜਿਹੜਾ ਹੈ ਉਹ ਸਾਡਾ ਪਾਕਿਸਤਾਨ ਨਾਲ ਹਕੂਮਤੀ ਟਕਰਾ ਰਿਹਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਲੋਕ ਨੇ, ਜਿਹੜੀ ਆਮ ਪਾਪੂਲੇਸ਼ਨ, ਆਮ ਲੋਕ ਨੇ, ਉਹਨਾਂ ਦਾ ਟਕਰਾਅ ਨਹੀਂ ਹੁੰਦਾ, ਇਹ ਰਾਜਨੀਤਿਕ ਜਿਹੜਾ ਟਕਰਾਅ ਹੁੰਦਾ। ਤਾਂ ਤੁਸੀਂ ਉੱਥੋਂ ਦੇ ਲੋਕਾਂ ਦੇ ਵਿੱਚ ਵਿਚਰੇ ਹੋ, ਤੁਸੀਂ ਗੱਲਾਂ ਬਾਤਾਂ ਕੀਤੀਆਂ ਨੇ, ਤਾਂ ਤੁਹਾਨੂੰ ਕੀ ਲੱਗਦਾ ਕਿ ਉੱਥੋਂ ਦੇ ਲੋਕਾਂ ਦਾ ਕੀ ਨਜ਼ਰੀਆ ਹੈ ਇਸ ਪੰਜਾਬ ਅਤੇ ਇਸ ਮੁਲਕ ਦੇ ਬਾਰੇ 'ਚ, ਸਾਡੇ ਮੁਲਕ ਦੇ ਬਾਰੇ 'ਚ? ਬੜਾ ਸੰਜੀਦਾ ਅਤੇ ਬੜਾ ਮਤਲਬ ਮਹੱਤਵਪੂਰਨ ਸਵਾਲ ਹੈ ਜੀ ਗੁਰਪ੍ਰਵੇਸ਼ ਜੀ। ਦੇਖੋ, ਹਕੂਮਤਾਂ ਦੇ ਟਕਰਾਅ ਦੀ ਗੱਲ ਆਈ ਹੈ, ਜੇ ਅਸੀਂ ਕਈ ਵਾਰੀ ਨਾ ਅਸੀਂ ਸੋਚਦੇ ਹੁੰਦੇ ਹਾਂ ਵੀ ਅਸੀਂ ਇਹਨਾਂ ਮੁੱਦਿਆਂ 'ਤੇ ਅਸੀਂ ਜਿਹੜਾ ਹੈ ਖੁੱਲ੍ਹ ਕੇ ਅਸੀਂ ਇਹ 'ਤੇ ਚਰਚਾ ਕਰ ਰਹੀਏ, ਪਰ ਕਈ ਵਾਰੀ ਇੱਦਾਂ ਲੱਗਦਾ ਹੁੰਦਾ ਕਿ ਸਾਨੂੰ ਨਹੀਂ ਪਤਾ ਹੁੰਦਾ ਵੀ ਸਾਡੀ ਗੱਲ ਜਿਹੜੀ ਉਹ ਕਿਸ ਹੱਦ ਤੱਕ ਜਾਏਗੀ, ਕਿੱਥੇ ਜਾਏਗੀ, ਅਤੇ ਕਿਸ ਰੂਪ ਵਿੱਚ ਉਸ ਨੂੰ ਲਿਆ ਜਾਵੇਗਾ। ਪਰ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਵਾਮ ਦੀ ਗੱਲ ਕਰੀਏ, ਅਸੀਂ ਜਨਤਾ ਦੀ ਗੱਲ ਕਰੀਏ, ਤਾਂ ਉਹਨਾਂ ਲਈ ਇਹਨਾਂ ਹਕੂਮਤਾਂ ਦਾ ਟਕਰਾਅ ਜਿਹੜਾ ਉਹ ਕੋਈ ਮਾਇਨੇ ਨਹੀਂ ਰੱਖਦਾ, ਕੋਈ ਮਹੱਤਵ ਨਹੀਂ ਰੱਖਦਾ। ਮੈਨੂੰ ਦੋਨੋਂ ਵਾਰ ਜਾਣ ਦਾ ਮੌਕਾ ਮਿਲਿਆ ਹੈ, ਅਤੇ ਬਾਕੀ ਪਹਿਲਾਂ ਵੀ ਮੈਂ ਸਾਡੇ ਨਾ ਜਿੰਨੇ ਵੀ ਸਾਡੇ ਮਸ਼ਹੂਰ ਸਾਡੇ ਫੇਮਸ ਸਾਡੇ ਰਾਈਟਰਸ ਨੇ, ਜਿੰਨੇ ਵੀ ਸਫ਼ਰਨਾਮੇ ਲਿਖੇ ਜਾਂ ਪਾਕਿਸਤਾਨ ਦੀਆਂ ਯਾਤਰਾਵਾਂ ਸੰਬੰਧੀ ਲਿਖਿਆ, ਉਹਨਾਂ ਵਿੱਚ ਵੀ ਮੈਂ ਜਿਹੜਾ ਹੈ ਪਾਕਿਸਤਾਨ ਦੇ ਸੱਭਿਆਚਾਰ ਬਾਰੇ, ਸਾਡੇ ਉੱਧਰਲੇ ਪੰਜਾਬ ਦੇ ਸੱਭਿਆਚਾਰ ਬਾਰੇ ਪੜ੍ਹਦੀ ਹੁੰਦੀ ਸੀ। ਛੋਟੀ ਹੁੰਦੀ ਵੀ ਮੈਂ ਇਸ ਤਰ੍ਹਾਂ ਦੇ ਸਾਹਿਤ ਨਾਲ ਜੁੜੀ ਹੁੰਦੀ ਸੀ। ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਸਾਡੇ ਆਵਾਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੈ। ਅਤੇ ਜਦੋਂ ਅਸੀਂ ਜਾਂਦੇ ਹਾਂ ਨਾ ਉੱਧਰ, ਉਹ ਇੰਨੀ ਮੁਹੱਬਤ ਅਤੇ ਇੰਨੀ ਮੇਜ਼ਬਾਨੀ ਕਰਦੀ ਹੈ ਸਾਡੀ, ਇੰਨੀ ਉਹ ਤਾਂਘ ਨਾਲ, ਇੰਨੇ ਮਤਲਬ ਸਿਰੜ ਨਾਲ, ਮਤਲਬ ਇੰਨੀ ਸਿਦਕ ਨਾਲ ਉਹ ਸਾਨੂੰ ਮਿਲਦੇ ਨੇ, ਇੰਨਾ ਉਹ ਸਾਡੇ ਲਈ ਮਤਲਬ ਮਿਲਣ ਦੀ ਉਤਸੁਕਤਾ ਰੱਖਦੇ ਨੇ, ਐਕਸਾਈਟਡ ਹੁੰਦੇ ਨੇ ਸਾਨੂੰ ਮਿਲਣ ਲਈ, ਜਿਸ ਤਰ੍ਹਾਂ ਅਸੀਂ ਹੁੰਦੇ ਹਾਂ। ਕਿਉਂਕਿ ਇਸ ਵਾਰ ਵੀ ਜਦੋਂ ਸਾਨੂੰ ਇਹ ਕਾਨਫਰੰਸਿਸ ਦੇ ਵੀਜ਼ੇ ਮਿਲਣੇ ਹੁੰਦੇ ਨੇ, ਤਾਂ ਸਾਨੂੰ ਕਈ ਵਾਰੀ ਨਾ ਹਕੂਮਤਾਂ ਦੇ ਟਕਰਾਅ ਕਰਕੇ ਹੀ ਹੈ ਇਹ ਗੱਲਾਂ, ਸਾਨੂੰ ਕਈ ਵਾਰੀ ਇਹ ਕਲੀਅਰ ਨਹੀਂ ਹੋ ਪਾਉਂਦਾ ਹੁੰਦਾ। ਇੱਕ ਦਿਨ ਪਹਿਲਾਂ ਹੀ ਕਿਤੇ ਜਾ ਕੇ ਕਲੀਅਰ ਹੁੰਦਾ ਕਿ ਤੁਹਾਡਾ ਜਿਹੜਾ ਵੀਜ਼ਾ ਹੈ ਜੀ ਉਹ ਤੁਹਾਨੂੰ ਜਿਹੜੀ ਪਾਕਿਸਤਾਨ ਦੀ ਜਿਹੜੀ ਹੈ ਤੁਹਾਨੂੰ ਮਿਲ ਗਈ ਹੈ, ਆਗਿਆ ਮਿਲ ਗਈ ਹੈ, ਇਜਾਜ਼ਤ ਮਿਲ ਗਈ ਹੈ, ਤੁਸੀਂ ਜਾ ਸਕਦੇ ਹੋ ਕਾਨਫਰੰਸ 'ਤੇ। ਤਾਂ ਇਸ ਤਰ੍ਹਾਂ ਦੀ ਜਿਹੜੀ ਉਹ ਜਦੋਂ ਅਸੀਂ ਇੰਨੀ ਸ਼ਿੱਦਤ ਨਾਲ ਉਹ ਚਾਹੁੰਦੇ ਹੁੰਦੇ ਹਾਂ ਕਿ ਅਸੀਂ ਫੇਰ ਤੋਂ ਫੇਰ ਜਾਈਏ ਬਾਰ-ਬਾਰ, ਇਸੇ ਤਰ੍ਹਾਂ ਹੀ ਲਹਿੰਦੇ ਵਾਲੇ ਲੋਕ ਵੀ ਚਾਹੁੰਦੇ, ਕਿਉਂਕਿ ਸਾਡਾ ਸੱਭਿਆਚਾਰ ਇੱਕ ਹੈ, ਸਾਡਾ ਪਹਿਰਾਵਾ ਕਹਿ ਲਓ, ਸਾਡੀ ਜੀਵਨ ਜਾਚ ਕਹਿ ਲਓ, ਸਾਡਾ ਖਾਣ ਪਾਣ ਦੇ
ਤਰੀਕੇ ਕਹਿ ਲਓ, ਸਾਡੇ ਪਰਿਵਾਰਕ ਜਿਹੜੀ ਸਾਡੀ ਪਰਿਵਾਰਾਂ ਦੀ ਪ੍ਰਣਾਲੀ ਹੈ, ਜਿਸ ਤਰ੍ਹਾਂ ਸਾਡੀ ਫੈਮਲੀਜ਼ ਨੇ ਉਹਨਾਂ ਦੀਆਂ ਨੇ, ਸਾਡੀਆਂ ਨੇ, ਉਹਨਾਂ ਦੀ ਜੀਵਨ ਜਾਂਚ ਕਹਿ ਲਓ, ਉਹ ਸਾਰਾ ਕੁਝ ਇੱਕ ਹੈ। ਉਹਨਾਂ ਵਿੱਚ ਕਿਤੇ ਵੀ ਸਾਨੂੰ ਕੋਈ ਬਖਰੇਵਾਂ ਨਹੀਂ ਨਜ਼ਰ ਆਉਂਦਾ। ਅਤੇ ਬਾਕੀ ਰਹੀ ਉਹਨਾਂ ਦੇ ਮਹਿਮਾਨ ਨਵਾਜ਼ੀ ਦੀ ਗੱਲ, ਅਤੇ ਉਹ ਤਾਂ ਚੜ੍ਹਦੇ ਵਾਲਿਆਂ ਨੂੰ ਬੜਾ ਚਾਹੁੰਦੇ ਨੇ। ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕਿਤੇ ਕਿਸੇ ਹੁਕੂਮਤ ਦੀ ਟਕਰਾਅ ਦੀ ਗੱਲ ਆਈ ਹੋਊਗੀ, ਜਾਂ ਸਾਡੇ, ਕਿਉਂਕਿ ਸਾਡੇ ਮਨਾਂ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਤੇ ਜੇ ਅਸੀਂ ਪੁਰਾਣੇ ਦੁਖਾਂਤ ਦੀ ਗੱਲ ਕਰੀਏ, ਜੇ ਪੰਜਾਬ ਵੰਡਿਆ ਗਿਆ ਤਾਂ ਇਹ ਜਿਹੜਾ ਹੈ ਫੱਟ ਜਿਹੜਾ ਬੜਾ ਡੂੰਘਾ ਫੱਟ ਹੈ। ਇਸ ਵੰਡ ਦੇ ਨਾਲ ਲਹਿੰਦੇ ਵਾਲਿਆਂ ਨੂੰ ਵੀ ਓਨਾ ਹੀ ਫੱਟ ਵੱਜਿਆ, ਸਾਨੂੰ ਵੀ ਓਨਾ ਹੀ ਵੱਜਿਆ, ਜਿਹੜਾ ਕਈ ਪੀੜ੍ਹੀਆਂ ਤੱਕ ਕਾਇਮ ਰਹੇਗਾ, ਅਤੇ ਇਹ ਨਾ ਮਿਟਣ ਵਾਲਾ ਅੱਲਾ ਜ਼ਖਮ ਹੈ। ਤੁਸੀਂ ਜਿਹੜਾ ਹੈ ਵੰਡ ਦੇ ਫੱਟ ਦੀ ਗੱਲ ਕੀਤੀ ਆ, ਅਤੇ ਇਹ ਵਾਕਈ ਇਹ ਸਹੀ ਗੱਲ ਹੈ ਕਿ ਦੇਖੋ ਉਹਨਾਂ ਨੇ ਵੀ ਇਹ ਸੰਤਾਪ ਹੰਢਾਇਆ ਅਤੇ ਅਸੀਂ ਵੀ ਇਹ ਸੰਤਾਪ ਹੰਢਾਇਆ। ਉਹ ਜਦੋਂ ਅਸੀਂ ਜਿਹੜਾ ਉਸ ਵੇਲੇ ਜੋ ਕੁਛ ਵਾਪਰਿਆ, ਜਦੋਂ ਅਸੀਂ ਉਹਦੇ ਬਾਰੇ ਪੜ੍ਹਦੇ ਹਾਂ ਕਿ ਕਿਸ ਤਰੀਕੇ ਨਾਲ ਜਿਹੜੀਆਂ ਲਾਸ਼ਾਂ ਨੇ ਉਹ ਸੜਕਾਂ ਦੇ ਉੱਪਰ ਰੁਲ ਰਹੀਆਂ ਸੀ, ਅਤੇ ਜਿਹੜੇ ਮਾਸਖੋਰੇ ਜਾਨਵਰ ਸੀ ਉਹ ਇੰਨੇ ਨਖਰੇ ਵਾਲੇ ਹੋ ਗਏ ਸੀ ਕਿ ਲੋਕਾਂ ਦੇ ਸਿਰਫ ਉਹ ਜਿਹੜੇ ਕਾਲਜੇ ਆ ਉਹ ਖਾਂਦੇ ਸੀ, ਬਾਕੀ ਦਾ ਸਰੀਰ ਉਹ ਇੱਲਾਂ ਲਈ ਛੱਡ ਦਿੰਦੇ ਸੀ। ਤਾਂ ਇਸ ਤਰ੍ਹਾਂ ਦੇ ਜਦੋਂ ਆਪਾਂ ਜਿਹੜੀਆਂ ਕਹਾਣੀਆਂ ਪੜ੍ਹਦੇ ਹਾਂ, ਸਾਡੇ ਅੰਦਰ ਬੜੀ ਕੰਬਣੀ ਛਿੜਦੀ ਆ। ਤਾਂ ਕਹਿਣ ਦਾ ਮਤਲਬ ਇਹੀ ਹੈ ਕਿ ਅਸੀਂ ਇਹ ਸੰਤਾਪ ਹੈ ਜਿਹੜਾ ਅਸੀਂ ਦੋਨੇ ਜਿਹੜੇ ਪੰਜਾਬ ਉਹਨਾਂ ਨੇ ਅਸੀਂ ਹੰਢਾਇਆ। ਅਤੇ ਇਸ ਸੰਤਾਪ ਦਾ ਜੇ ਅਸੀਂ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸੱਭਿਆਚਾਰ ਅਤੇ ਸਾਡੇ ਸਾਹਿਤ ਦੇ ਉੱਪਰ ਕੀ ਅਸਰ ਪਿਆ ਹੈਗਾ ਇਸ ਦਾ, ਅਤੇ ਸਾਡੀ ਜੀਵਨ ਸ਼ੈਲੀ ਦੇ ਉੱਪਰ ਕੀ ਅਸਰ ਪਿਆ? ਦੇਖੋ ਜੀ, ਮਤਲਬ ਮੈਂ ਖੁਦ ਨੂੰ ਲੈ ਕੇ ਮੈਂ ਖੁਦ ਹੀ ਐਗਜ਼ਾਮਪਲ ਹੈ ਇੱਕ ਤਰ੍ਹਾਂ ਦੀ। ਮਤਲਬ ਮੈਨੂੰ ਲੱਗਦਾ ਹੁੰਦਾ, ਕਿਉਂਕਿ ਸਾਡੇ ਵੀ ਨਾ ਵਡੇਰੇ ਜਿਹੜੇ ਮੈਂ ਆਪਣੀ ਪਰਸਨਲ ਇੱਕ ਨਿੱਜੀ ਉਦਾਹਰਨ ਦਿੰਦੀ ਹਾਂ ਕਿ ਜਿਹੜੇ ਮੇਰਾ ਬਾਬਾ ਸੀ, ਜਿਹੜਾ ਮੇਰੇ ਦਾਦਾ ਜੀ ਸੀਗੇ, ਉਹ ਕਿਸੇ ਵੇਲੇ ਬਹਾਵਲ ਨਗਰ ਰਹਿੰਦੇ ਸੀ, ਮਤਲਬ ਰਹਿਣ ਚਲੇ ਗਏ ਸੀ। ਸਾਡੇ ਪਿੰਡਾਂ ਦੇ ਬਠਿੰਡੇ ਜ਼ਿਲ੍ਹੇ ਦੇ ਬਹੁਤ ਸਾਰੇ ਪਰਿਵਾਰ ਬਹਾਵਲ ਨਗਰ ਰਹਿੰਦੇ ਸੀ, ਤਾਂ ਉਹ ਉੱਥੇ ਹੀ ਮੇਰੇ ਪਿਤਾ ਦਾ ਜਿਹੜਾ ਸੀ ਉਹ ਜਨਮ ਹੋਇਆ ਸੀ। ਤਾਂ ਮੈਨੂੰ ਲੱਗਦਾ ਹੁੰਦਾ ਵੀ ਉਹ ਜਿਹੜਾ ਦੁਖਾਂਤ ਹੈ ਉਹ ਉਹਨਾਂ ਦੇ ਜ਼ਰੀਏ, ਮੇਰੇ ਪਿਤਾ ਦੇ ਜ਼ਰੀਏ, ਉਹ ਪੀੜਾ ਜਿਹੜੀ ਹੈ ਉਹਨਾਂ ਦੇ ਜ਼ਰੀਏ ਮੇਰੇ ਅੰਦਰ ਵੀ ਉਹ ਕਾਇਮ ਹੈ ਅਤੇ ਉਹ ਰਹੇਗੀ। ਅਤੇ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਵੀ ਜਿਹੜਾ ਉਹ ਲਾਸ਼ਾਂ ਦਾ ਦੌਰ ਸੀ, ਜਾਂ ਉਹ ਖੂਨ ਨਾਲ ਲੱਥਪੱਥ ਹੋਈਆਂ ਲਾਸ਼ਾਂ ਦਾ ਦੌਰ, ਜਦੋਂ ਅਤੇ ਜਿਹੜੇ ਕਿਸ ਤਰ੍ਹਾਂ ਜਿਹੜੇ ਮਾਸਾਹਾਰੀ ਜਾਨਵਰ ਸੀ ਉਹਨਾਂ ਨੂੰ ਖਾਂਦੇ ਸੀ, ਤਾਂ ਉਹਦੇ ਪਿੱਛੇ ਇੱਕ ਬੜਾ ਗੰਭੀਰ ਜਿਹੜਾ ਸੰਕਟ ਸੀ ਉਹ ਸਾਡੀਆਂ ਹਕੂਮਤਾਂ ਨੇ, ਸਾਡੇ ਬਹੁਤ ਸਾਰੇ ਰਾਜਨੀਤਿਕ ਨੁਮਾਇੰਦਿਆਂ ਨੇ ਖੜ੍ਹਾ ਕੀਤਾ ਸੀ। ਅਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਫੱਟ ਹੈ, ਇਹ ਜਿਹੜਾ ਜ਼ਖਮ ਹੈ, ਇਹ ਕਦੇ ਵੀ ਨਾ ਮਿਟਣ ਵਾਲਾ ਜ਼ਖਮ ਹੈ। ਬਾਕੀ ਰਹੀ ਗੱਲ, ਜੇ ਤੁਸੀਂ ਕਹੋਗੇ ਵੀ ਸਾਹਿਤ ਅਤੇ ਸੱਭਿਆਚਾਰ 'ਤੇ ਇਹਦਾ ਕੀ ਪ੍ਰਭਾਵ ਪਿਆ, ਸਾਹਿਤ ਅਤੇ ਸੱਭਿਆਚਾਰ ਦਾ ਪ੍ਰਭਾਵ ਤਾਂ ਇਹੀ ਪਿਆ ਜੀ ਕਿ ਸਭ ਤੋਂ ਜਿਹੜੀ ਵੱਡੀ ਢਾਹ ਲੱਗੀ ਹੈ ਉਹ ਸਾਡੀ ਮਾਂ ਬੋਲੀ ਨੂੰ ਲੱਗੀ ਹੈ। ਜਦੋਂ ਅਸੀਂ ਕਿਸੇ ਵਿਸ਼ੇਸ਼ ਖਿੱਤੇ ਦੀ ਬੋਲੀ ਨੂੰ ਵੰਡ ਦਿੰਦੇ ਹਾਂ, ਜਦੋਂ ਅਸੀਂ ਕਿਸੇ ਵਿਸ਼ੇਸ਼ ਖਿੱਤੇ ਨੂੰ ਵੰਡ ਦਿੰਦੇ ਹਾਂ, ਉਹਦੀ ਬੋਲੀ ਵੀ ਨਾਲ ਹੀ ਵੰਡੀ ਜਾਂਦੀ ਹੈ। ਹੁਣ ਲਹਿੰਦਾ ਅਤੇ ਚੜ੍ਹਦਾ ਪੰਜਾਬ ਦੋ ਵੱਖਰੇ ਖਿੱਤੇ ਬਣ ਗਏ ਹਕੂਮਤ ਦੀਆਂ ਨਜ਼ਰਾਂ ਵਿੱਚ। ਇੱਕ ਮਤਲਬ ਕਿ ਉਹ ਸਾਡਾ ਪਰਲਾ ਪੱਛਮੀ ਪਾਕਿਸਤਾਨ ਦਾ ਪੰਜਾਬ ਬਣ ਗਿਆ, ਹਾਲਾਂਕਿ ਉਹ ਵੱਡਾ ਹਿੱਸਾ ਹੈ। ਅਸਲੀ ਜਿਹੜਾ ਸਾਡੇ ਸੱਭਿਆਚਾਰ ਦਾ ਧੁਰਾ ਹੈ, ਅਤੇ ਇੱਧਰਲਾ ਸਾਡਾ ਜਿਹੜਾ ਚੜ੍ਹਦਾ ਪੰਜਾਬ ਹੈ ਉਹ ਸਾਡਾ ਛੋਟਾ ਪੰਜਾਬ ਹੈ। ਅਤੇ ਪਰ ਜਿਹੜੀ ਸੱਭਿਆਚਾਰ ਅਤੇ ਸਾਹਿਤ ਨੂੰ ਢਾਹ ਲੱਗੀ ਉਸ ਵੇਲੇ, ਤਾਂ ਇਹ ਬੜਾ ਵੱਡਾ ਘਾਟਾ ਸੀ ਸਾਹਿਤ ਲਈ ਵੀ, ਸੱਭਿਆਚਾਰ ਲਈ। ਪਰ ਉਸ ਤੋਂ ਬਾਅਦ ਹੌਲੀ ਹੌਲੀ ਸਾਡੇ ਸਾਹਿਤਕਾਰਾਂ ਨੇ ਵੀ, ਸਾਡੇ ਕਲਾਕਾਰਾਂ ਨੇ ਵੀ ਜਿਹੜਾ ਦੁਖਾਂਤ ਪੀੜਾ ਮਹਿਸੂਸ ਕੀਤੀ, ਉਹ ਆਪਣੇ ਸਾਹਿਤ ਵਿੱਚ, ਆਪਣੇ ਲਿਖਤਾਂ ਵਿੱਚ, ਕਲਾਕਾਰਾਂ ਨੇ ਆਪਣੇ ਚਿੱਤਰਾਂ ਵਿੱਚ, ਸਾਡੇ ਗਾਉਣ ਵਾਲਿਆਂ ਨੇ ਆਪਣੇ ਗੀਤਾਂ ਵਿੱਚ, ਅਤੇ ਉਹ ਜਿਹੜਾ ਹੈ ਉਹ ਉਸ ਦੁਖਾਂਤ ਨੂੰ ਪੇਸ਼ ਕੀਤਾ, ਉਸ ਵੰਡ ਦੀ ਪੀੜਾ ਨੂੰ ਜਿਹੜਾ ਹੈ ਉਹ ਕੀਤਾ, ਅਤੇ ਹੁਣ ਤੱਕ ਵੀ ਉਹ ਕਰ ਰਹੇ ਨੇ। ਅਤੇ ਮੈਨੂੰ ਨਹੀਂ ਲੱਗਦਾ ਇਹ ਸਾਹਿਤ, ਸੱਭਿਆਚਾਰ ਅਤੇ ਭਾਸ਼ਾ 'ਤੇ ਜਿਹੜਾ ਪ੍ਰਭਾਵ ਪਿਆ ਹੈ ਇਸ ਵੰਡ ਦਾ, ਇਹ ਕਦੇ ਵੀ ਨਾ ਮਿਟਣ ਵਾਲਾ ਪ੍ਰਭਾਵ ਸੀ। ਅਤੇ ਅਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ, ਕਰੀ ਜਾਂਦੇ ਹਾਂ, ਲਗਾਤਾਰ ਅਸੀਂ ਲੱਗੇ ਹੋਏ ਹਾਂ। ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਇਸ ਸੱਭਿਆਚਾਰ ਨੂੰ, ਸਾਂਝ ਨੂੰ ਦੁਬਾਰਾ ਤੋਂ ਕਾਇਮ ਕਰ ਸਕੀਏ। ਇਸ ਸਾਹਿਤਕ ਜਿਹੜਾ ਸਾਡਾ ਪਿੜ ਹੈ ਉਹਨੂੰ ਮੁੜ ਤੋਂ ਲਹਿੰਦੇ ਪੰਜਾਬ ਨੂੰ, ਚੜ੍ਹਦੇ ਪੰਜਾਬ ਨੂੰ ਇਕੱਠਾ ਕਰ ਸਕੀਏ, ਸਾਡੇ ਕਲਾਕਾਰਾਂ ਨੂੰ ਇਕੱਠੇ ਕਰ ਸਕੀਏ, ਅਸੀਂ ਸਾਡੇ ਦੋਨਾਂ ਮੁਲਕਾਂ ਦੀ ਕੜਵਾਹਟ ਨੂੰ ਘਟਾ ਸਕੀਏ। ਪਰ ਇਹਦੇ ਵਿੱਚ ਵੀ ਬਹੁਤ ਸਾਰੀਆਂ ਔਕੜਾਂ ਜਿਹੜੀਆਂ ਨੇ ਉਹ ਦੋਹਾਂ ਮੁਲਕਾਂ ਨੂੰ ਸਾਹਮਣੇ, ਆਵਾਮ ਨੂੰ ਸਾਹਮਣੇ ਆਉਂਦੀਆਂ ਨੇ, ਆ ਰਹੀਆਂ ਨੇ, ਜਿਹਦੇ ਪਿੱਛੇ ਕਿਸੇ ਨਾ ਕਿਸੇ ਤਰੀਕੇ ਨਾਲ ਕਹਿ ਲਓ ਵੀ ਜਿਵੇਂ ਕਹਿ ਦਈਏ ਹਉਮੈ ਦੀ ਪ੍ਰੋਬਲਮ ਹੈ ਸਾਡੀ ਹਕੂਮਤਾਂ ਦੀ, ਸਿਰਫ ਔਰ ਸਿਰਫ ਹਉਮੈ ਦੀ ਪ੍ਰੋਬਲਮ ਹੈ, ਹਉਮੈ ਦੀ ਸਮੱਸਿਆ ਹੈ। ਜੇ ਉਹ ਈਗੋ ਪ੍ਰੋਬਲਮ ਖਤਮ ਹੋ ਜਾਵੇ, ਮੈਨੂੰ ਲੱਗਦਾ ਸਾਡਾ ਜਿਹੜਾ ਵੱਡਾ ਇਹ ਦੁਖਾਂਤ ਹੈ, ਜਿਹੜੀ ਸਾਡੀ ਮੁੜ ਤੋਂ ਸਾਂਝ ਕਰਨ ਵਾਲੀ, ਜਿਹੜੀ ਮੁੜ ਤੋਂ ਸਾਂਝ ਪੈਦਾ ਕਰਨ ਵਾਲੀ ਜਿਹੜੀ ਸਥਿਤੀ ਹੈ, ਉਹਨੂੰ ਅਸੀਂ ਕਿਸੇ ਨਾ ਕਿਸੇ ਪੱਧਰ 'ਤੇ ਹੱਲ ਕਰਨ ਦੇ ਯੋਗ ਹੋ ਸਕਦੇ ਹਾਂ। ਜੇ ਅਸੀਂ ਸਾਡੇ ਇੱਧਰਲੇ ਪੰਜਾਬ ਦੀ ਗੱਲ ਕਰੀਏ, ਸਾਡੇ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਤਾਂ
ਇੱਥੇ ਲਗਾਤਾਰ ਇੱਕ ਜਿਹੜਾ ਅਸੀਂ ਦੇਖਦੇ ਹਾਂ, ਇਹ ਰੌਲਾ ਪੈਂਦਾ ਆ ਰਿਹਾ ਹੈ ਕਿ ਸਾਨੂੰ ਜਿਹੜੀ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਬਚਾਉਣਾ ਚਾਹੀਦਾ ਅਤੇ ਇਹਦੇ ਲਈ ਜਿਹੜੇ ਹੈਗੇ ਆ ਕਈ ਲੋਕ ਹੰਭਲੇ ਵੀ ਮਾਰ ਰਹੇ ਆ। ਪਰ ਦੂਜੇ ਪਾਸੇ ਜੇ ਅਸੀਂ ਸਾਡੀਆਂ ਸਰਕਾਰਾਂ ਦੀ ਭੂਮਿਕਾ ਦੇਖੀਏ ਤਾਂ ਉਹ ਪੰਜਾਬੀ ਬੋਲੀ ਨੂੰ, ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਨਾ ਮਾਤਰ ਹੈ। ਜਿਵੇਂ ਅਸੀਂ ਜਾਣਦੇ ਹਾਂ, ਭਾਸ਼ਾ ਵਿਭਾਗ ਜਿਹੜੀ ਹੈ ਉਹ ਇਸ ਵੇਲੇ ਫੰਡਾਂ ਪੱਖੋਂ ਉਹਦਾ ਕੀ ਹਾਲ ਹੈ। ਕਈ ਚੰਗੀਆਂ ਕਿਤਾਬਾਂ ਜਿਹੜੀਆਂ ਸੀਗੀਆਂ ਭਾਸ਼ਾ ਵਿਭਾਗ ਵੱਲੋਂ ਛਾਪੀਆਂ, ਅੱਜ ਉਹ ਤੁਹਾਨੂੰ ਕਿਤੇ ਲੱਭਣ ਨੂੰ ਮਿਲਦੀਆਂ ਨਹੀਂ, ਕਿਤੇ ਤਾਂ ਕੋਈ ਫੰਡ ਨਹੀਂ ਹੈਗਾ, ਹੈ ਨਾ। ਤਾਂ ਮੈਂ ਇਹ ਜਾਣਨਾ ਚਾਹੁੰਦਾ ਹੈ ਕਿ ਜਿਹੜਾ ਪਾਕਿਸਤਾਨ ਹੈ, ਪਾਕਿਸਤਾਨ ਵਾਲੇ ਪਾਸੇ, ਲਹਿੰਦੇ ਪੰਜਾਬ ਵਾਲੇ ਪਾਸੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਉੱਥੋਂ ਦੀਆਂ ਸਰਕਾਰਾਂ ਕੀ ਭੂਮਿਕਾ ਨਿਭਾ ਰਹੀਆਂ ਨੇ, ਜਾਂ ਉੱਧਰ ਵੀ ਸਾਡੇ ਵਾਲੇ ਹੀ ਜਿਹੜੇ ਹਾਲਾਤ ਨੇ? ਦੇਖੋ ਜੀ ਗੁਰਪ੍ਰਵੇਸ਼ ਜੀ, ਇੱਕ ਜਿਹੜਾ ਜੇ ਅਸੀਂ ਪੰਜਾਬ ਦੇ ਖਿੱਤੇ ਨੂੰ ਲੈ ਕੇ ਗੱਲ ਕਰਦੇ ਹਾਂ ਤਾਂ ਪੰਜਾਬ ਤਾਂ ਜਿਹੜਾ ਹੈ ਉਹ ਪੂਰਾ ਹੀ ਪੰਜਾਬੀ ਬੋਲੀ ਨੂੰ ਜਿਵੇਂ ਕਹਿ ਦਈਏ ਸਮਰਪਿਤ ਹੈ। ਕਿਉਂਕਿ ਮੈਨੂੰ ਲਾਹੌਰ ਦੇ ਲੋਕਾਂ ਨਾਲ ਕਾਫੀ ਵਿਚਰਨ ਦਾ ਮੌਕਾ ਮਿਲਿਆ ਅਤੇ ਲਾਹੌਰ ਦੇ ਆਸ-ਪਾਸ ਦੇ ਲੋਕਾਂ ਨਾਲ ਵੀ ਕਾਫੀ ਮੇਰੀ ਜਿਹੜੀ ਗੱਲਬਾਤ ਹੈ ਉਹ ਹੋਈ, ਕਿਉਂਕਿ ਉਹ ਲੋਕ ਪੰਜਾਬੀ ਨੂੰ ਬੜਾ ਪ੍ਰਫੁੱਲਿਤ ਕਰਨ ਲਈ ਆਪਣਾ ਸੰਘਰਸ਼ ਜਿਹੜਾ ਜਾਰੀ, ਉਹ ਜਿਸ ਤਰ੍ਹਾਂ ਸਾਡੀਆਂ ਹੋਰ ਭਾਸ਼ਾਵਾਂ ਜਿਹੜੀਆਂ ਨੇ ਜਿਵੇਂ ਸੰਸਕ੍ਰਿਤ ਹੈ, ਅੰਗਰੇਜ਼ੀ ਹੈ ਜਾਂ ਹਿੰਦੀ ਹੈ, ਉਹਨੇ ਸਾਡੀ ਪੰਜਾਬੀ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੀਤਾ ਹੈ, ਪ੍ਰਭਾਵਿਤ ਕੀਤਾ ਹੈ, ਇਫੈਕਟ ਪਾਇਆ ਹੈ ਆਪਣਾ। ਉਸੇ ਤਰ੍ਹਾਂ ਉੱਧਰ ਉਰਦੂ ਦਾ ਵੀ ਸਾਡੇ ਦੂਸਰੇ ਪਾਕਿਸਤਾਨ ਵਾਲੇ ਪਾਸੇ ਉਰਦੂ ਦਾ ਜਿਹੜਾ ਹੈ ਉਹ ਬੋਲਬਾਲਾ ਹੈ, ਪਰ ਪੰਜਾਬ ਜਿਹੜਾ ਹੈ ਉਹ ਪੰਜਾਬੀ ਲਈ ਕਾਫੀ ਸੰਘਰਸ਼ ਕਰ ਰਿਹਾ ਹੈ, ਸਾਡੇ ਵਾਂਗ ਹੀ ਕਰਦਾ ਹੈ। ਅਤੇ ਪੰਜਾਬੀ ਪਰ ਇੱਕ ਚੀਜ਼ ਜਿਹੜੀ ਉਹ ਮੈਂ ਸ਼ਿੱਦਤ ਨਾਲ ਉਹਨਾਂ ਵਿੱਚ ਵੇਖੀ, ਜਿਹੜੀ ਉਹ ਇਹ ਹੈ ਕਿ ਸਾਡੇ ਚੜ੍ਹਦੇ ਵਾਲਿਆਂ ਨਾਲੋਂ ਜਿਹੜੀ ਹੈ ਉਹਨਾਂ ਦੀ ਪੰਜਾਬੀ ਜ਼ਿਆਦਾ ਸ਼ੁੱਧ, ਪਿਓਰ ਅਤੇ ਜ਼ਿਆਦਾ ਉਹ ਪੰਜਾਬੀ ਪ੍ਰੇਮੀ ਨੇ, ਅਤੇ ਜ਼ਿਆਦਾ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਪੰਜਾਬੀ ਵਿੱਚ ਹੀ ਆਪਣੀ ਲਿਖਤ ਨੂੰ ਲਿਖਣ ਵਿੱਚ ਜਿਹੜੀ ਹੈ ਉਹ ਮਾਣ ਮਹਿਸੂਸ ਕਰਦੇ ਨੇ। ਦੂਸਰੇ ਪਾਸੇ ਰਹੀ ਅਦਾਰਿਆਂ ਦੀ ਗੱਲ, ਜਿਵੇਂ ਅਸੀਂ ਭਾਸ਼ਾ ਵਿਭਾਗ ਦੀ ਗੱਲ ਕੀਤੀ ਹੈ ਕਿ ਸਾਡਾ ਜਿਹੜੇ ਭਾਸ਼ਾ ਵਿਭਾਗ ਕੋਲ ਤਾਂ ਫੰਡ ਨਹੀਂ ਹੈ ਜੀ, ਪਰ ਮੈਂ ਜਿਹੜੀ ਚੀਜ਼ ਉੱਧਰਲੇ ਪੰਜਾਬ ਵਿੱਚ ਵੇਖੀ ਜਾਂ ਪੂਰੇ ਪਾਕਿਸਤਾਨ ਵਿੱਚ ਵੀ ਕਹਿ ਲਓ, ਇਸਲਾਮਾਬਾਦ, ਕਰਾਚੀ ਚਲੋ ਹੋਏਗੀ ਕਿਉਂਕਿ ਉਹ ਫਾਰਵਰਡ ਜਿਹੜੇ ਨੇ ਸਾਡੇ ਮੈਟਰੋ ਸਿਟੀਜ਼ ਨੇ, ਅਤੇ ਜੇ ਅਸੀਂ ਲਾਹੌਰ ਦੀ ਗੱਲ ਕਰਦੇ ਹਾਂ ਜਾਂ ਪਰਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉਸ ਪੰਜਾਬ ਦੇ ਵਿੱਚ ਅਦਾਰੇ ਜਿਹੜੇ ਨੇ ਉਹ ਇੰਨੇ ਮਤਲਬ ਫੰਡਾਂ ਪੱਖੋਂ ਵੀ ਠੀਕ ਨੇ, ਅਤੇ ਸਾਡੇ ਸਾਹਿਤਕ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਨੂੰ ਪ੍ਰਫੁੱਲਿਤ ਕਰਨ ਲਈ ਵੀ ਕਾਫੀ ਆਪਣਾ ਕੰਟਰੀਬਿਊਟ ਕਰ ਰਹੇ ਨੇ। ਮਤਲਬ ਸਾਡੇ ਉਹ ਚੀਜ਼ਾਂ ਨਹੀਂ ਹੈਗੀਆਂ, ਅਸੀਂ ਨਿੱਜੀ ਸੁਭਾਵਾਂ ਰਾਹੀਂ ਜਿਹੜਾ ਹੈ ਨਵੀਆਂ ਕਿਤਾਬਾਂ ਨੂੰ ਰਿਲੀਜ਼ ਕਰਨਾ, ਨਵੀਆਂ ਲੇਖਕਾਂ 'ਤੇ ਵਿਚਾਰ ਚਰਚਾ ਕਰਨੀ, ਗੋਸ਼ਟੀਆਂ ਕਰਾਉਣੀਆਂ, ਇਹ ਅਸੀਂ ਨਿੱਜੀ ਤੌਰ 'ਤੇ ਆਪਣਾ ਜਿਹੜਾ ਹੈ ਉਹ ਕਰਦੇ ਹਾਂ। ਪਰ ਇੱਕ ਚੀਜ਼ ਜਿਹੜੀ ਮੈਨੂੰ ਉਹਨਾਂ ਵਿੱਚ ਜਿਹੜੀ ਮਿਲੀ ਹੈ ਕਿ ਉਹਨਾਂ ਦੇ ਜਿਹੜੇ ਅਦਾਰੇ ਨੇ ਉਹ ਵਧੀਆ ਕਿਸਮ ਦੇ ਭਵਨ ਨੇ, ਉਹਨਾਂ ਕੋਲ ਵਧੀਆ ਕਿਸਮ ਦੀਆਂ ਇਮਾਰਤਾਂ ਨੇ, ਉਹਨਾਂ ਕੋਲ ਬਰੋਡਕਾਸਟ ਦੇ ਜਿਹੜੇ ਸਿਸਟਮ ਨੇ ਉਹ ਸਰਕਾਰੀ ਅਦਾਰੇ ਉਹਨਾਂ ਦੇ ਉਹ ਬੜੇ ਸਾਹਿਤਕਾਰਾਂ ਨੂੰ ਪ੍ਰਫੁੱਲਿਤ ਕਰਦੇ ਨੇ, ਉਹਨਾਂ ਦੇ ਪ੍ਰੋਗਰਾਮ ਰੱਖਦੇ ਨੇ, ਉਹਨਾਂ ਦੇ ਪ੍ਰੋਗਰਾਮ ਉਲੀਕਦੇ ਨੇ, ਉਹਨਾਂ ਦੀਆਂ ਬੈਠਕਾਂ ਜਿਹੜੀਆਂ ਨੇ ਉਹ ਸਰਕਾਰੀ ਅਦਾਰਿਆਂ ਵਿੱਚ ਕਰਵਾਈਆਂ ਜਾਂਦੀਆਂ ਨੇ। ਤਾਂ ਮੈਨੂੰ ਲੱਗਦਾ ਹੈ ਸਾਡੇ ਚੜ੍ਹਦੇ ਪੰਜਾਬ 'ਚ ਇਹ ਕੋਸ਼ਿਸ਼ਾਂ ਜਿਹੜੀਆਂ ਨੇ ਸਰਕਾਰਾਂ ਸਾਡੀਆਂ ਕਰਨ 'ਚ ਨਾਕਾਮ ਰਹੀਆਂ ਨੇ। ਮੈਂ ਬਿਲਕੁਲ ਸਹੀ ਕਹਾਂਗੀ, ਹੋ ਸਕਦਾ ਹੈ ਆਉਣ ਵਾਲੀ ਸਰਕਾਰ ਭਾਸ਼ਾ ਪ੍ਰਤੀ ਜਾਂ ਸਾਡੇ ਸਾਹਿਤ ਪ੍ਰਤੀ ਇਸ ਤਰ੍ਹਾਂ ਦੇ ਜਿਹੜੇ ਨੇ ਕਦਮ ਚੁੱਕੇ, ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਪ੍ਰਤੀ, ਇਸ ਤਰ੍ਹਾਂ ਦੀਆਂ ਸਰਗਰਮੀਆਂ ਪ੍ਰਤੀ ਧਿਆਨ ਦੇਵੇ। ਪਰ ਮੈਨੂੰ ਲੱਗਦਾ ਕਿ ਪਰਲੇ ਪੰਜਾਬ ਵਾਲੇ, ਲਹਿੰਦੇ ਪੰਜਾਬ ਵਾਲੇ ਜਿਹੜੇ ਨੇ ਉਹ ਸਾਹਿਤ ਪ੍ਰਤੀ, ਪੰਜਾਬੀ ਬੋਲੀ ਪ੍ਰਤੀ ਆਪਣਾ ਜਿਹੜਾ ਹੈ ਖਾਸ ਜਿਹੜੀ ਹੈ ਸ਼ਿੱਦਤ ਨਾਲ ਉਹ ਪ੍ਰੋਗਰਾਮ ਕਰਵਾਉਂਦੇ ਵੀ ਨੇ, ਅਤੇ ਹਕੂਮਤ ਦਾ ਜਿਹੋ ਜਿਹਾ ਵੀ ਵਰਤਾਓ ਹੋਵੇ, ਪਰ ਫਿਰ ਵੀ ਲੋਕਲ ਗਵਰਨਮੈਂਟ ਚਾਹੇ ਹੈ ਕਹਿ ਲਓ, ਚਾਹੇ ਜਿਹੜੀ ਉਹਨਾਂ ਦੇ ਪੰਜਾਬ ਦੀ ਸੂਬਾ ਪੱਧਰ ਦੀ ਗਵਰਨਮੈਂਟ ਕਹਿ ਲਓ, ਮਤਲਬ ਭਾਸ਼ਾ ਪ੍ਰਤੀ ਵੀ ਚੇਤੰਨ ਹੈ, ਅਤੇ ਉੱਥੋਂ ਦੀਆਂ ਸਾਹਿਤਕ ਗਤੀਵਿਧੀਆਂ ਖਾਸ ਕਰਕੇ ਥੀਏਟਰ ਜਿਹੜਾ ਹੈ ਉਹਨਾਂ ਦਾ ਬੜਾ ਪ੍ਰਫੁੱਲਿਤ ਹੈ। ਅਸੀਂ ਉੱਥੋਂ ਦੀਆਂ ਦੇਖੀਆਂ ਕਈ ਅਸੀਂ ਥੀਏਟਰ ਦੀਆਂ ਸਰਗਰਮੀਆਂ ਵੇਖੀਆਂ, ਉੱਥੇ ਲਗਾਤਾਰ ਲੋਕ ਟਿਕਟ ਲੈ ਕੇ ਹਾਲੇ ਵੀ ਜਿਹੜਾ ਹੈ ਪਲੇ ਡਰਾਮਾ ਦੇਖਣ ਜਾਂਦੇ ਹੈ। ਮਤਲਬ ਉਹਨਾਂ ਦਾ ਇਹ ਸੱਭਿਆਚਾਰ ਹੈ ਕਿ ਹਾਲੇ ਵੀ ਜਿਹੜਾ ਥੀਏਟਰ ਜਿਹੜਾ ਦੇਖਿਆ ਜਾਂਦਾ ਉਹਨਾਂ ਦਾ ਉਹ ਟਿਕਟ ਲੈ ਕੇ, ਸਿਨੇਮਾ ਘਰਾਂ ਵਾਂਗ ਸਾਡੇ ਵਾਂਗ ਕਿ ਉਹ ਟਿਕਟ ਲੈ ਕੇ ਜਿਹੜਾ ਹੈ ਡਰਾਮਾ ਦੇਖਣ ਦੇ ਸ਼ੌਕੀਨ ਨੇ ਉਹ ਲੋਕ ਉੱਧਰਲੇ ਪੰਜਾਬ ਵਾਲੇ। ਅਤੇ ਸਾਡੇ ਵਿਚਕਾਰ ਇਹ ਜਿਹੜੀ ਚੀਜ਼ ਹੈ ਉਹ ਘਟਦੀ ਜਾਏ। ਬਾਕੀ ਉਹਨਾਂ ਦਾ ਪੇਂਡੂ ਰੰਗਮੰਚ ਵੀ, ਜਿਸ ਤਰ੍ਹਾਂ ਸਾਡੇ ਗੁਰਸ਼ਨ ਭਾਜੀ ਹੋਰੀ ਕਰਦੇ ਸੀ, ਉਹਨਾਂ ਦਾ ਪੇਂਡੂ ਰੰਗਮੰਚ ਵੀ ਮੈਂ ਡਾਕਟਰ ਆਦਿਲ ਅਜ਼ੀਜ਼ ਹੋਰਾਂ ਨੂੰ ਮਿਲੀ ਸੀ, ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੂੰ ਮਿਲੀ ਸੀ। ਉਹਨਾਂ ਦਾ ਪੇਂਡੂ ਡਾਕਟਰ ਸ਼ਾਹਿਦ ਨਦੀਮ ਹੋਰੀ ਅਜੋਕਾ ਥੀਏਟਰ ਰਾਹੀਂ ਜਿਹੜਾ ਨਾ ਆਪਣਾ ਪੇਂਡੂ ਰੰਗਮੰਚ ਨੂੰ ਅਤੇ ਆਪਣੇ ਥੀਏਟਰੀਕਲ ਗਤੀਵਿਧੀਆਂ ਨੂੰ ਲਗਾਤਾਰ ਵਿਸਥਾਰ ਦੇ ਰਹੇ ਨੇ। ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਅਤੇ ਉਹਨਾਂ ਦੇ ਜਿਹੜੇ ਅਦਾਰੇ ਨੇ, ਚਾਹੇ ਉਹ ਸੈਮੀ ਗਵਰਨਮੈਂਟ ਨੇ, ਚਾਹੇ ਉਹ ਗਵਰਨਮੈਂਟ ਨੇ ਪੂਰੇ ਹੀ, ਅਤੇ ਉਹ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਪ੍ਰਫੁੱਲਿਤ ਕਰਨ ਲਈ। ਇਹ ਜਿਹੜੀ ਹੈ ਮੈਨੂੰ ਜਿਹੜੀ ਸਕਾਰਾਤਮਕ ਪੋਜ਼ੀਟਿਵ ਗੱਲ ਜਿਹੜੀ ਸਾਨੂੰ ਰਹਿੰਦੇ ਪੰਜਾਬ ਵਾਲੀ ਚੜ੍ਹਦੇ ਪੰਜਾਬ ਨਾਲੋਂ ਇਹ ਮੈਨੂੰ ਮਹਿਸੂਸ ਹੋਈ। ਗੱਲ ਇਹ ਹੈ ਜੀ ਕਿ ਜਿਹੜਾ ਸਾਡੇ ਵਾਲੇ ਪੰਜਾਬ ਦੀ ਗੱਲ ਅਸੀਂ ਕਰੀਏ ਤਾਂ ਇਸ ਪਾਸੇ ਜਿੰਨਾ ਵੀ ਜਿਹੜਾ ਹੈਗਾ ਥੀਏਟਰੀਕਲ ਐਕਟੀਵਿਟੀਜ਼ ਨੇ ਜਾਂ ਸਾਹਿਤ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੇ, ਇਹਨਾਂ ਨੂੰ ਪ੍ਰਫੁੱਲਿਤ ਕਰਨ ਦਾ ਜ਼ਿੰਮਾ ਕੇਵਲ ਅਤੇ ਕੇਵਲ ਜਿਹੜੇ
ਲੋਕ ਨੇ ਉਹਨਾਂ ਦੇ ਮੋਢਿਆਂ ਤੇ ਆ ਗਿਆ। ਸਰਕਾਰ ਵੱਲੋਂ ਜਿਹੜਾ ਹੈ ਕੋਈ ਸਹਾਇਤਾ ਨਹੀਂ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਉੱਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਇਸ ਚੀਜ਼ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਬਿਲਕੁਲ। ਤੁਸੀਂ ਉਰਦੂ ਦੇ ਪ੍ਰਭਾਵ ਦੀ ਗੱਲ ਕੀਤੀ ਸੀ ਕਿ ਉੱਥੋਂ ਦੇ ਸਾਹਿਤ ਦੇ ਉੱਪਰ ਉਰਦੂ ਦਾ ਜਿਹੜਾ ਪ੍ਰਭਾਵ ਆ ਦੇਖਣ ਨੂੰ ਮਿਲਦਾ। ਅਤੇ ਇਹਦੇ ਨਾਲ ਇੱਕ ਜੁੜਿਆ ਮੇਰਾ ਸਵਾਲ ਹੈ ਕਿ ਜਿਵੇਂ ਜਿਹੜਾ ਸਾਡਾ ਪੰਜਾਬੀ ਸਾਹਿਤ ਹੈ, ਪੰਜਾਬੀ ਸਾਹਿਤ ਦੇ ਉੱਪਰ ਸਾਡਾ ਜਿਹੜਾ ਕਹਿ ਲਓ ਕਿ ਸਿੱਖ ਧਰਮ ਦਾ ਜਾਂ ਸੰਸਕ੍ਰਿਤ ਦਾ ਪ੍ਰਭਾਵ ਸਾਨੂੰ ਇੱਥੇ ਦੇਖਣ ਨੂੰ ਮਿਲਦਾ। ਕੀ ਇਸੇ ਤਰ੍ਹਾਂ ਜਿਹੜਾ ਪਾਕਿਸਤਾਨ ਹੈ ਉੱਥੇ ਜਿਹੜਾ ਪੰਜਾਬੀ ਸਾਹਿਤ ਹੈ ਉਹਦੇ ਉੱਪਰ ਇਸਲਾਮ ਦਾ ਪ੍ਰਭਾਵ ਦੇਖਣ ਨੂੰ ਮਿਲਦਾ? ਕਿਉਂਕਿ ਜਿਹੜਾ ਪਾਕਿਸਤਾਨ ਆ ਉਹ ਇੱਕ ਇਸਲਾਮਿਕ ਕੰਟਰੀ ਆ, ਠੀਕ ਹੈ, ਉਹ ਆਪਣੇ ਆਪ ਨੂੰ ਦਾਅਵਾ ਕਰਦਾ ਹੈ, ਠੀਕ ਹੈ ਜੀ, ਬਾਈ ਕੌਨਸਟੀਟਿਊਸ਼ਨ ਕਹਿ ਲਓ, ਠੀਕ ਹੈ ਜੀ, ਉਹ ਇੱਕ ਇਸਲਾਮਿਕ ਕੰਟਰੀ ਆ। ਤੁਹਾਡਾ ਬੜਾ ਵਧੀਆ ਸਵਾਲ ਹੈ। ਜੇ ਇਹਦੇ ਪ੍ਰਤੀ ਬਹੁਤ ਸਾਰੇ ਵਿਦਵਾਨਾਂ ਦੀ ਅਲੱਗ-ਅਲੱਗ ਰਾਏ ਹੋਏਗੀ, ਕਿਉਂਕਿ ਜਦੋਂ ਤੋਂ ਸਾਡਾ ਜਿਹੜਾ ਮਾਡਰਨ ਲਿਟਰੇਚਰ ਹੈ, ਸਾਡਾ ਆਧੁਨਿਕ ਸਾਹਿਤ ਹੈ ਹੋਂਦ ਵਿੱਚ ਆਇਆ, ਚਾਹੇ ਅਸੀਂ ਚੜ੍ਹਦੇ ਪੰਜਾਬ ਵਾਲਾ ਕਹਿ ਲਈਏ, ਚਾਹੇ ਲਹਿੰਦੇ ਵਾਲਾ ਕਹਿ ਲਈਏ, ਜੇ ਅਸੀਂ ਮਾਡਰਨ ਲਿਟਰੇਚਰ ਦੀ ਗੱਲ ਕਰਦੇ ਹਾਂ, ਪੰਜਾਬੀ ਸਾਹਿਤ ਦੇ ਆਧੁਨਿਕ ਪੜਾਵ ਦੀ ਗੱਲ ਕਰਦੇ ਹਾਂ, ਅਸੀਂ ਮਾਡਰਨ ਫੇਜ਼ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਲਹਿੰਦਾ ਪੰਜਾਬ ਵੀ ਸ਼ਾਮਲ ਸੀ। ਉਹਦੇ ਵਿੱਚ ਇਕੱਲਾ ਚੜ੍ਹਦਾ ਪੰਜਾਬ ਨਹੀਂ ਸ਼ਾਮਲ ਸੀ, ਉਹਦੇ ਵਿੱਚ ਲਹਿੰਦਾ ਪੰਜਾਬ ਵੀ ਸ਼ਾਮਲ ਸੀ। ਅਸੀਂ ਨਾਟਕ ਦੀ ਗੱਲ ਕਰ ਲਈਏ, ਅਸੀਂ ਕਹਾਣੀ ਦੀ ਗੱਲ ਕਰ ਲਈਏ, ਨਾਵਲ ਦੀ ਕਰ ਲਈਏ, ਕਵਿਤਾ ਦੀ ਗੱਲ ਕਰ ਲਈਏ, ਵਾਰਤਕ ਦੀ ਪ੍ਰੋਜ਼ ਦੀ ਗੱਲ ਕਰ ਲਈਏ, ਕਿਸੇ ਵੀ ਤਰੀਕੇ ਅਸੀਂ ਕਿਸੇ ਸਾਹਿਤ ਰੂਪ ਦੀ ਗੱਲ ਕਰ ਲਈਏ, ਉਹਦੇ ਵਿੱਚ ਦੋਨੋਂ ਪੰਜਾਬਾਂ ਦਾ ਸਾਹਿਤ ਸ਼ਾਮਲ ਹੈ। ਬਾਕੀ ਰਹੀ ਗੱਲ ਕਿ ਇਹਨਾਂ ਜਦੋਂ ਦਾ ਮਾਡਰਨ ਜਿਹੜਾ ਸਾਹਿਤ ਸ਼ੁਰੂ ਹੋਇਆ ਉਹ ਵੱਖੋ ਵੱਖਰੇ ਫੇਜ਼ਸ 'ਚੋਂ ਗੁਜ਼ਰਿਆ। ਪਹਿਲਾ ਫੇਜ਼ ਸੀ ਜਿਹੜਾ ਉਹਦੇ ਵਿੱਚ ਸੋਸ਼ਲ ਰਿਫੋਰਮਸ ਦੀ ਗੱਲ ਹੋਈ, ਜਿਹਨੂੰ ਅਸੀਂ 20ਵੀਂ ਸਦੀ ਦਾ ਮੁੱਢ ਕਹਿ ਦਿੰਦੇ ਹਾਂ ਵੀ ਸਾਡਾ। ਦੂਸਰੇ ਫੇਜ਼ 'ਚ ਆ ਕੇ ਹੌਲੀ ਹੌਲੀ ਜਿਹੜਾ ਹੈ ਅਸੀਂ ਰੋਮਾਂਟਿਕ ਧਾਰਾ ਵੱਲ ਆ ਗਏ ਹਾਂ। ਉਹ ਚੜ੍ਹਦੇ 'ਚ ਵੀ ਸੀ, ਲਹਿੰਦੇ 'ਚ ਵੀ ਸੀ, ਕਿਉਂਕਿ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦਾ ਸੰਬੰਧ ਲਹਿੰਦੇ ਪੰਜਾਬ ਨਾਲ ਹੈ, ਅੰਮ੍ਰਿਤਾ ਦਾ ਸੰਬੰਧ ਲਹਿੰਦੇ ਪੰਜਾਬ ਨਾਲ, ਉਹ ਤਾਂ ਆਜ਼ਾਦੀ ਤੋਂ ਬਾਅਦ ਸਾਨੂੰ ਇੱਧਰਲੇ ਪਾਸੇ ਆਏ ਨੇ। ਸ਼ਿਵ ਦਾ ਸੰਬੰਧ ਲਹਿੰਦੇ ਪੰਜਾਬ ਨਾਲ ਹੈ। ਅਤੇ ਉਸੇ ਤਰ੍ਹਾਂ ਹੀ ਅਹਿਮਦ ਰਾਹੀ ਹੋਰੀ ਵੰਡ ਦੇ ਦੁਖਾਂਤ 'ਤੇ ਲਿਖਦੇ ਨੇ। ਇਹ ਧਾਰਾਵਾਂ ਨੇ, ਇਹ ਲਹਿਰਾਂ ਨੇ, ਇਹ ਟਰੈਂਡਸ ਨੇ ਸਾਡੇ ਸਾਹਿਤ ਦੇ। ਜੇ ਅਸੀਂ ਇਸਲਾਮ ਦੇ ਪ੍ਰਭਾਵ ਦੀ ਗੱਲ ਕਰੀਏ, ਉਹ ਜਿਸ ਤਰ੍ਹਾਂ ਸਾਡੀਆਂ ਮੁੱਢਲੀਆਂ ਜਿਹੜੀਆਂ ਸਾਡੀਆਂ ਲਹਿਰਾਂ ਸੀ, ਸਾਹਿਤਕ ਲਹਿਰਾਂ ਸੀ, ਉਹਨਾਂ 'ਤੇ ਸਿੰਘ ਸਭਾ ਲਹਿਰ ਦਾ ਪ੍ਰਭਾਵ ਸੀ। ਉਹਨਾਂ 'ਤੇ ਸਾਡੇ ਖਾਸ ਕਰਕੇ ਜਿਹੜਾ ਸਾਡਾ ਸਿੱਖ ਔਰਾ ਸੀ, ਜਿਹੜਾ ਸਾਡਾ ਸਿੱਖ ਸਾਡੀ ਲਹਿਰ ਦਾ, ਸਾਡੀ ਸਿੱਖ ਮੂਵਮੈਂਟਸ ਦਾ, ਉਹ ਕਿਉਂਕਿ ਉਸ ਸਮੇਂ ਅਸੀਂ ਸਾਹਿਤ ਨਾਲ ਲੋਕਾਂ ਨੂੰ ਜੋੜਨਾ ਸੀ। ਅਸੀਂ ਜਿਹੜੀ ਅੰਗਰੇਜ਼ੀ ਸਾਹਿਤ ਦੇ ਰੂਪਾਂ ਤੋਂ ਅਸੀਂ ਜਿਹੜੇ ਨਵੇਂ ਸਾਹਿਤ ਰੂਪ ਲਏ ਸੀ, ਤਾਂ ਉਹ ਸਾਹਿਤ ਰੂਪ ਜਿਹੜੇ ਲਿਖੇ ਗਏ ਉਹ ਕੁਦਰਤੀ ਤੌਰ 'ਤੇ ਧਰਮ ਦੇ ਪ੍ਰਭਾਵ ਵਾਲੇ ਸੀ। ਉਹ ਜੇ ਸਾਡੇ ਵਾਲੇ ਪਾਸੇ ਸਿੱਖ ਧਰਮ ਦੇ ਪ੍ਰਭਾਵ ਵਾਲੇ ਸੀ, ਤਾਂ ਉਹਨਾਂ ਮੰਨ ਲਓ ਜੇ ਕੋਈ ਰਾਈਟਰ ਮੁਸਲਿਮ ਵਰਗ ਨਾਲ ਸੰਬੰਧਿਤ ਲਿਖਦਾ ਸੀ ਤਾਂ ਉਹ ਇਸਲਾਮਿਕ ਪ੍ਰਭਾਵ ਵਾਲਾ ਵੀ ਸੀ। ਪਰ ਹੌਲੀ ਹੌਲੀ ਇਹ ਧਾਰਾਵਾਂ ਜਿਹੜੀਆਂ ਨੇ ਉਹ ਬਦਲਦੀਆਂ ਗਈਆਂ। ਜਿਵੇਂ ਰੋਮਾਂਟਿਕ ਲਹਿਰ ਖਤਮ ਹੁੰਦੀ ਹੈ, ਪ੍ਰਗਤੀਵਾਦੀ ਜਿਹੜੀ ਪ੍ਰੋਗਰੈਸਿਵ ਲਹਿਰ ਜਿਹੜੀ ਹੈ ਉਹ ਆ ਜਾਂਦੀ ਹੈ। ਤਾਂ ਉਹ ਪ੍ਰੋਗਰੈਸਿਵ ਲਹਿਰ ਅਸੀਂ ਇਕੱਲੇ ਚੜ੍ਹਦੇ ਦੀ ਨਹੀਂ ਕਹਿੰਦੇ, ਉਹ ਪ੍ਰੋਗਰੈਸਿਵ ਲਹਿਰ ਲਹਿੰਦੇ 'ਚ ਵੀ ਉਵੇਂ ਹੀ ਹੈ ਜਿਵੇਂ ਸਾਡੀ ਸੀ। ਉਸ ਪ੍ਰੋਗਰੈਸਿਵ ਲਹਿਰ ਤੋਂ ਬਾਅਦ ਫਿਰ ਜੇ ਅਸੀਂ ਪ੍ਰਗਤੀਵਾਦ ਦੀ ਗੱਲ ਕਰਦੇ ਹਾਂ, ਅਸੀਂ ਜੇ ਜੁਝਾਰੂ ਲਹਿਰਾਂ ਸਾਡੀਆਂ ਸੀਗੀਆਂ, ਸਾਡੀ ਨਕਸਲਾਈਟ ਮੂਵਮੈਂਟ ਸੀ, ਉਹਨਾਂ ਦੀਆਂ ਜੁਝਾਰੂ ਲਹਿਰਾਂ ਵੀ ਸੀਗੀਆਂ, ਉਹ ਚਾਹੇ ਆਜ਼ਾਦੀ ਦੇ ਸਮੇਂ ਤੋਂ ਬਾਅਦ 'ਚ ਆਈਆਂ। ਤਾਂ ਉਹਨਾਂ ਦੇ ਵਿੱਚ ਇਸਲਾਮ ਦਾ ਪ੍ਰਭਾਵ ਜਿਹੜਾ ਹੈ ਉਹ ਨਹੀਂ ਮਿਲਦਾ ਵੇਖਣ ਨੂੰ, ਮਤਲਬ ਜਾਂ ਕਹਿ ਦਈਏ ਵੀ ਮਤਲਬ ਕੱਟੜ ਪ੍ਰਭਾਵ ਨਹੀਂ ਮਿਲਦਾ। ਕੁਝ ਇਸਲਾਮ ਦੀਆਂ ਚੰਗੀਆਂ ਗੱਲਾਂ ਹੋ ਸਕਦੀਆਂ ਨੇ, ਮਤਲਬ ਜਿਹੜੇ ਸਾਡੇ ਚੰਗੇ ਰਾਈਟਰਸ ਨੇ ਜਾਂ ਜਿਹੜੇ ਸਾਡੇ ਮੋਰਲ ਕਿਸਮ ਦੀਆਂ ਲੋਕਾਂ ਨੂੰ ਚੰਗੀਆਂ ਸੇਧ ਦੇਣ ਵਾਲੀਆਂ ਜਿਹੜੀਆਂ ਗੱਲਾਂ ਸੀ ਸਾਡੇ ਰਾਈਟਰਸ ਨੇ ਲਿਖੀਆਂ, ਜਿਹੜੇ ਥੋੜ੍ਹੇ ਆਪਣੇ ਆਪ ਨੂੰ ਧਰਮ ਦੇ ਪ੍ਰਭਾਵ ਹੇਠ ਲਿਖਦੇ ਸੀ, ਤਾਂ ਉਹ ਇਸਲਾਮ ਦੀਆਂ ਚੰਗੀਆਂ ਗੱਲਾਂ ਨੂੰ ਕੱਟੜਤਾ ਪੱਖੋਂ ਅਸੀਂ ਨਹੀਂ ਕਹਿ ਸਕਦੇ ਕਿ ਇਸਲਾਮ ਦਾ ਪ੍ਰਭਾਵ ਸੀ। ਜਿਸ ਤਰ੍ਹਾਂ ਸਾਡੀਆਂ ਜਿਹੜੀਆਂ ਮੂਵਮੈਂਟਸ ਸੀ ਸਾਹਿਤ ਦੀਆਂ, ਲਿਟਰੇਰੀ ਮੂਵਮੈਂਟਸ ਬਦਲਦੀਆਂ ਗਈਆਂ, ਉਸੇ ਤਰ੍ਹਾਂ ਲਹਿੰਦੇ ਪੰਜਾਬ ਵਾਲਿਆਂ ਦੀਆਂ ਵੀ ਆਫਟਰ ਆਜ਼ਾਦੀ ਮਤਲਬ ਇੰਡੀਪੈਂਡੈਂਸ ਦੇ ਬਾਅਦ ਵੀ ਉਹ ਬਦਲਦੀਆਂ ਗਈਆਂ। ਅਤੇ ਮੈਨੂੰ ਨਹੀਂ ਇੱਥੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਹੈ ਪੰਜਾਬ ਦਾ, ਪੰਜਾਬੀ ਸੂਬੇ ਦਾ, ਮੈਂ ਲਹਿੰਦੇ ਵਾਲੇ ਸੂਬੇ ਦੀ ਹੁਣ ਗੱਲ ਕਰਦੀ ਸੀ ਇੱਥੇ, ਤਾਂ ਉਹ ਜਿਹੜਾ ਪ੍ਰਭਾਵ ਹੈ ਉਹ ਟੋਟਲੀ ਬਹੁਤਿਆਂ ਦਾ ਕਮਿਊਨਿਸਟ ਵਿਚਾਰਧਾਰਾ ਵਾਲਾ ਹੈ, ਨਿਰਪੱਖ ਵਿਚਾਰਧਾਰਾ ਵਾਲਾ ਹੈ। ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕਿਤੇ ਵੀ ਕੋਈ ਕੱਟੜਤਾ ਵਾਲੀ ਜਾਂ ਇਸਲਾਮਿਕ ਜਾਂ ਕੋਈ ਫੈਨੇਟਿਕ ਟਾਈਪ ਦੀ ਜਿਹੜੀ ਗੱਲ ਹੈ ਉਹ ਹੁੰਦੀ ਹੋਵੇ। ਜਿਸ ਤਰ੍ਹਾਂ ਸਾਡੇ ਜਿਹੜੇ ਚੰਗੇ ਰਾਈਟਰਸ ਨੇ ਉਹ ਇਸ ਤਰ੍ਹਾਂ ਮਜ਼ਹਬਾਂ ਨੂੰ ਆਧਾਰ ਨਹੀਂ ਬਣਾਉਂਦੇ, ਉਸੇ ਤਰ੍ਹਾਂ ਉਹ ਵੀ ਨਹੀਂ ਬਣਾਉਂਦੇ ਹੈਗੇ। ਹਾਂਜੀ, ਤੁਸੀਂ ਜਿਹੜਾ ਹੈਗਾ ਲਾਹੌਰ ਤੁਹਾਨੂੰ 2 ਵਾਰ ਜਾਣ ਦਾ ਮੌਕਾ ਮਿਲਿਆ ਅਤੇ ਪੰਜਾਬੀ ਜਿਹੜਾ ਵਰਲਡ ਪੰਜਾਬੀ ਕਾਨਫਰੰਸ ਦੇ ਬਹਾਨੇ ਤੁਸੀਂ 2 ਵਾਰ ਲਾਹੌਰ ਜਾ ਕੇ ਆਏ ਹੋ। ਲਾਹੌਰ ਜਿਹਦੇ ਬਾਰੇ ਮਸ਼ਹੂਰ ਹੈ ਕਿ ਜਿਹੜਾ ਲਾਹੌਰ ਨਹੀਂ ਗਿਆ ਤੇ ਸਮਝ ਲਓ ਜੰਮਿਆ ਹੀ ਨਹੀਂ, ਤਾਂ ਤੁਹਾਡਾ 2 ਵਾਰ ਜਨਮ ਹੋ ਗਿਆ ਇੱਕ ਤਰੀਕੇ ਨਾਲ। ਮੈਨੂੰ ਕਹਿੰਦੇ ਵੀ 2 ਸਾਲ ਦੀ ਹੋ ਗਈ
ਜੀ ਤੇ ਇੱਕ ਜਿਹੜਾ ਲਾਹੌਰ ਹੈ ਉਹਨੂੰ ਕਿਸੇ ਵੇਲੇ ਪੈਰਿਸ ਆਫ ਦਾ ਈਸਟ ਵੀ ਆਖਿਆ ਜਾਂਦਾ ਸੀ, ਚਾਹੇ ਅੰਗਰੇਜ਼ ਉਹ ਫਰੈਂਚ ਲੋਕਾਂ ਨੂੰ ਚੜਾਉਣ ਲਈ ਆਖਦੇ ਸੀ, ਠੀਕ ਹੈ ਜੀ, ਪਰ ਉਸ ਨੂੰ ਜਿਹੜਾ ਹੈਗਾ ਪੈਰਿਸ ਮੰਨਿਆ ਜਾਂਦਾ ਸੀ। ਤੇ ਉਹਦੇ ਕਾਰਨ ਵੀ ਸੀ ਆਪਣੇ, ਕਿਉਂਕਿ ਜੇ ਆਪਾਂ ਉਸ ਸਮੇਂ ਬਾਰੇ ਪੜ੍ਹਦੇ ਹਾਂ ਤਾਂ ਸਾਨੂੰ ਲੱਗਦਾ ਕਿ ਉਸ ਵੇਲੇ ਦੇ ਵਿੱਚ ਇੰਨਾ ਕੁਛ ਲਾਹੌਰ ਇੰਨਾ ਐਡਵਾਂਸ ਸੀਗਾ ਕਿ ਅੱਜ ਸਾਡੇ ਜਿਹੜੇ ਸ਼ਹਿਰ ਨੇ ਜਿਹੜੇ ਅੱਜ ਉੱਥੋਂ ਉਸ ਕਹਿ ਲਓ ਕਿ ਪੱਧਰ ਤੱਕ ਪਹੁੰਚੇ ਨੇ, ਹੈ ਨਾ ਜੀ। ਹਾਲੇ ਵੀ ਲਾਹੌਰ ਤੋਂ ਪਿੱਛੇ ਨਹੀਂ, ਹਾਲੇ ਵੀ ਲਾਹੌਰ ਤੋਂ ਪਿੱਛੇ ਨੇ। ਤਾਂ ਮਲਟੀਕਲਚਰਿਜ਼ਮ ਦਾ ਜਿਹੜਾ ਚਿੰਨ੍ਹ ਹੈ ਉਹ ਲਾਹੌਰ ਉਸ ਵੇਲੇ ਸੀ, ਚਾਹੇ ਇਸ ਵੇਲੇ ਉੱਥੋਂ ਦੀ ਜਿਹੜੀ ਡੈਮੋਗ੍ਰਾਫਿਕ ਪ੍ਰੋਫਾਈਲ ਆ ਉਹ ਬਦਲ ਗਈ ਹੈ, ਪਰ ਉਸ ਵੇਲੇ ਜਿਹੜਾ ਹੈਗਾ ਲਾਹੌਰ ਇੱਕ ਮਲਟੀਕਲਚਰਿਜ਼ਮ ਦਾ ਚਿੰਨ੍ਹ ਸੀ। ਤੁਸੀਂ ਲਾਹੌਰ ਘੁੰਮੇ ਹੋ, ਤੁਸੀਂ ਉੱਥੋਂ ਦੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ ਹੈ, ਤਾਂ ਤੁਸੀਂ ਲਾਹੌਰ ਦੇ ਬਾਰੇ 'ਚ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ, ਕਿਉਂਕਿ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਲਾਹੌਰ ਬਾਰੇ ਦੱਸੋਗੇ ਤਾਂ ਸ਼ਾਇਦ ਤੁਹਾਡੀਆਂ ਗੱਲਾਂ ਬਾਤਾਂ ਰਾਹੀਂ ਸਾਡੇ ਦਰਸ਼ਕਾਂ ਨੂੰ ਲਾਹੌਰ ਦੇ ਦਰਸ਼ਨ ਹੋ ਜਾਣਗੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਸਵਾਲ ਕੀਤਾ ਮੈਨੂੰ। ਹਾਂ, ਮੈਨੂੰ ਨਾ ਇਹ ਛੋਟੀ ਹੁੰਦੀ ਤੋਂ ਹੀ ਮਤਲਬ ਬਚਪਨ ਤੋਂ ਹੀ ਇਹ ਉਤਸੁਕਤਾ ਹੁੰਦੀ ਸੀ, ਬੜੀ ਐਕਸਾਈਟਮੈਂਟ ਹੁੰਦੀ ਸੀ, ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਸਾਡੀਆਂ ਹੋਰ ਇੰਟਰਵਿਊਜ਼ ਦੇ ਵਿੱਚ ਵੀ ਕਿ ਮੇਰਾ ਨਾ ਜਿਹੜਾ ਉਹ ਬੈਠਣਾ ਬਿਠਾਉਣਾ ਸੀ, ਜ਼ਿਆਦਾ ਸੰਗਤ ਜਿਹੜੀ ਸੀ ਉਹ ਬਜ਼ੁਰਗਾਂ ਨਾਲ ਹੁੰਦੀ ਸੀ, ਬਹੁਤਿਆਂ ਦੀ। ਕੁਛ ਤਾਂ ਮਤਲਬ ਮੈਂ ਬਹੁਤਿਆਂ ਤੋਂ ਗੱਲਾਂ ਸੁਣਦੀ ਹੁੰਦੀ ਸੀ, ਕਿਉਂਕਿ ਸਾਡੇ ਜਿਹੜੀ ਸਾਡੀ ਲੋਕੈਲਿਟੀ ਹੈ ਜਿੱਥੇ ਅਸੀਂ ਰਿਹਾਇਸ਼ ਹੈ ਮੇਰੀ, ਤਾਂ ਉੱਥੇ ਵੀ ਸਾਡੇ ਬਹੁਤ ਸਾਰੀ ਮੁਸਲਿਮ ਫੈਮਿਲੀਜ਼ ਦੀ ਨਾਲ ਸਾਡੇ ਬਹੁਤ ਬੜੇ ਪਿਆਰੇ ਸੰਬੰਧ ਨੇ। ਸਾਡੇ ਬੜੀ ਪਿਆਰੀ ਸਾਂਝ ਹੈ ਸਾਡੀ ਪੁਰਾਣੀ ਮੁੱਦਤਾਂ ਤੋਂ ਹੀ। ਤਾਂ ਉਹ ਜਿਹੜੀ ਸਾਂਝ ਹੈ ਉਹਦੇ ਵਿੱਚ ਨਾ ਮੈਂ ਸਾਡੇ ਪੁਰਾਣੇ ਬਜ਼ੁਰਗਾਂ ਤੋਂ ਗੱਲਾਂ ਸੁਣਿਆ ਕਰਦੀ ਸੀ ਕਿ ਸਾਡੇ ਕੁਛ ਰਿਸ਼ਤੇਦਾਰ ਜਿਹੜੇ ਸੀ ਉਹ ਲਾਹੌਰ ਚਲੇ ਗਏ, ਜਾਂ ਉੱਥੇ ਰਹਿੰਦੇ ਨੇ, ਜਾਂ ਅਸੀਂ ਵੀਜ਼ਾ ਨਹੀਂ ਹਾਸਲ ਕਰ ਸਕੇ, ਜਾਂ ਉਹਨਾਂ ਨੂੰ ਮਿਲ ਨਹੀਂ ਸਕੇ, ਜਾਂ ਸ਼ਾਦੀਆਂ ਹੋਈਆਂ, ਜਾਂ ਵਿਆਹ ਹੋਏ, ਜਾਂ ਪ੍ਰੋਗਰਾਮ ਹੋਏ, ਅਸੀਂ ਜਾ ਨਹੀਂ ਸਕੇ। ਤਾਂ ਅਸੀਂ ਉਹਨਾਂ ਪਰਿਵਾਰਾਂ ਨਾਲ ਸਾਂਝ ਹੋਣ ਕਰਕੇ ਮੇਰੀ ਗੱਲਬਾਤ ਅਕਸਰ ਹੁੰਦੀ ਰਹਿੰਦੀ ਸੀ, ਉਹਨਾਂ 'ਚੋਂ ਬਹੁਤੇ ਗੁਜ਼ਰ ਗਏ ਵਿਚਾਰੇ। ਤਾਂ ਇਸ ਤਰ੍ਹਾਂ ਹੀ ਹੋਰ ਮੇਰੀਆਂ ਕਹਾਣੀਆਂ ਦੇ ਵਿਸ਼ੇ ਵੀ ਤੁਸੀਂ ਸ਼ਾਇਦ ਪੜ੍ਹੀਆਂ ਹੋਣੀਆਂ ਨੇ, ਤਾਂ ਉਹ ਉਹਨਾਂ ਦੇ ਵਿੱਚ ਵੰਡ ਦੇ ਦੁਖਾਂਤ ਦਾ, ਖਾਸ ਕਰਕੇ ਵਿਛੜਿਆਂ ਹੋਇਆਂ ਦਾ ਮੈਂ ਕਾਫੀ ਜਿਹੜਾ ਜ਼ਿਕਰ ਹੈ, ਜਿਹੜੀਆਂ ਵੰਡ ਨਾਲ ਸੰਬੰਧਿਤ ਕਹਾਣੀਆਂ ਨੇ ਉਹਨਾਂ ਦੇ ਵਿੱਚ ਮੈਂ ਕੀਤਾ। ਤਾਂ ਉਦੋਂ ਤੋਂ ਹੀ ਮੈਂ ਮਤਲਬ ਕਿ ਇਹ ਬਚਪਨ ਤੋਂ ਹੀ ਗੱਲਾਂ ਸੁਣਨ ਦੇ ਦੌਰਾਨ ਹੀ ਮੇਰਾ ਇਹ ਮਨ ਬਣਿਆ ਹੁੰਦਾ ਸੀ ਵੀ ਕਦੇ ਮੈਨੂੰ ਵੀ ਇਹ ਮੌਕਾ ਮਿਲੂਗਾ ਵੀ ਮੈਂ ਲਾਹੌਰ ਵੇਖਾਂਗੀ। ਮਤਲਬ ਜਦੋਂ ਮੈਨੂੰ ਸਮਝ ਆਉਣ ਲੱਗ ਗਈ ਵੀ ਕਲਚਰ ਆ ਹੁੰਦਾ, ਟਰੇਡ ਹੁੰਦਾ, ਸੱਭਿਆਚਾਰਕ ਕੇਂਦਰ ਕਿਹਨੂੰ ਕਹਿੰਦੇ ਨੇ, ਸੱਭਿਆਚਾਰ ਕੀ ਹੁੰਦਾ, ਜੀਵਨ ਜਾਚ ਕੀ ਹੁੰਦੀ ਹੈ, ਲਾਹੌਰ ਜਿਹੜਾ ਸਾਡੇ ਪੰਜਾਬ ਦਾ ਉਹ ਇੱਕ ਇੰਨਾ ਜਿਹੜਾ ਸੀ ਉਹ ਪ੍ਰਸਿੱਧ ਸ਼ਹਿਰ ਕਿਉਂ ਰਿਹਾ, ਅਤੇ ਉਹ ਰਾਜਧਾਨੀ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਵੇਲੇ ਵੀ ਉਹ ਬੜਾ ਜਿਹੜਾ ਸੀ ਪ੍ਰਸਿੱਧ ਮਤਲਬ ਸਾਡੀ ਕੈਪੀਟਲ ਮੰਨੀ ਗਈ, ਜਾਂ ਅੰਗਰੇਜ਼ਾਂ ਦੇ ਸਮੇਂ ਵੀ ਅੰਗਰੇਜ਼ ਜਿਹੜੇ ਸੀ ਉਹਨੂੰ ਬੜਾ ਮਹੱਤਵ ਦਿੰਦੇ ਸੀ। ਤਾਂ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਮਤਲਬ ਮੇਰੇ ਅੰਦਰ ਘਰ ਕੀਤਾ ਹੋਇਆ ਸੀ ਇਹਨਾਂ ਗੱਲਾਂ ਨੇ। ਤਾਂ ਮੈਨੂੰ ਹੁਣ ਜਦੋਂ ਮੈਂ ਚਲੋ ਥੋੜ੍ਹੀ ਵੱਡੀ ਹੋਈ ਹਾਂ ਤਾਂ ਮੈਨੂੰ ਜਾਣ ਦਾ ਮੌਕਾ ਮਿਲਿਆ, ਤਾਂ ਇਹ ਲਾਹੌਰ ਜਾਣਾ ਮੇਰੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਮੈਨੂੰ ਇਹ ਲੱਗਦਾ ਵੀ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਹੁਸੀਨ ਅਤੇ ਸਭ ਤੋਂ ਪਿਆਰੀ ਪ੍ਰਾਪਤੀ ਹੈ। ਮੈਂ ਇਹਨੂੰ ਕਦੇ ਵੀ ਨਹੀਂ ਪੂਰੀ ਜ਼ਿੰਦਗੀ ਜਿਹੜੀ ਆ ਉਹ ਭੁੱਲ ਪਾਵਾਂਗੀ, ਕਿਉਂਕਿ ਕਲਚਰ ਦਾ ਅਤੇ ਲਿਟਰੇਚਰ ਦਾ ਸੈਂਟਰ ਹੋਣ ਕਰਕੇ ਇਹਦੇ ਨਾਲ ਮੇਰੀ ਸਾਂਝ ਬਹੁਤ ਜ਼ਿਆਦਾ ਬਣ ਗਈ ਆ। ਅਤੇ ਬਾਕੀ ਰਹੀ ਗੱਲ ਉੱਥੋਂ ਦੇ ਲੇਖਕਾਂ ਦੀ, ਕਿਉਂਕਿ ਉਹ ਵੀ ਮੈਨੂੰ ਨਹੀਂ ਲੱਗਦਾ ਸਾਡੇ ਨਾਲੋਂ ਵੱਖਰੇ ਨੇ। ਜਦੋਂ ਅਸੀਂ ਉੱਥੋਂ ਦੇ ਲੇਖਕਾਂ ਦੇ ਕਲਾਕਾਰਾਂ ਨੂੰ ਮਿਲਦੇ ਹਾਂ ਤਾਂ ਮੈਨੂੰ ਕੋਈ ਉਹਨਾਂ 'ਚ ਫਰਕ, ਸਾਡੇ 'ਚ ਅੰਤਰ ਨਜ਼ਰ ਹੀ ਨਹੀਂ ਆਉਂਦਾ। ਅਸੀਂ ਅਫਜ਼ਲ ਸਾਹਿਰ ਨੂੰ ਮਿਲਦੇ ਹਾਂ, ਅਸੀਂ ਸਰਫਰਾਜ਼ ਸਫੀ ਨੂੰ ਮਿਲਦੇ ਹਾਂ, ਅਸੀਂ ਬਾਬਾ ਨਜ਼ਮੀ ਨੂੰ ਮਿਲਦੇ ਹਾਂ, ਫਖਰ ਜ਼ਬਾਨ ਸਾਹਿਬ ਨੂੰ ਮਿਲਦੇ ਹਾਂ, ਇਲਿਆਸ ਘੁੰਮਣ ਹੋਰਾਂ ਨੂੰ ਮਿਲਦੇ ਆ, ਤਾਂ ਮੈਨੂੰ ਨਹੀਂ ਲੱਗਦਾ ਵੀ ਸਾਡੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਾਲਿਆਂ 'ਚ ਕੋਈ ਅੰਤਰ ਹੈ, ਅਤੇ ਜਾਂ ਉਹਨਾਂ ਦੀ ਸੋਚ ਅਤੇ ਸਾਡੀ ਸੋਚ 'ਚ ਕੋਈ ਅੰਤਰ ਹੈ, ਕਿ ਜਾਂ ਉਹ ਆਪਦੀ ਹਕੂਮਤ ਪ੍ਰਤੀ ਜਾਂ ਉਹਨਾਂ ਦੀ ਹਕੂਮਤ ਦੀਆਂ ਕੀ ਸਮੱਸਿਆਵਾਂ ਨੇ, ਲੋਕਾਂ ਲਈ ਉਹਨਾਂ ਦੀ ਹਕੂਮਤ ਕੀ ਕਰਦੀ ਹੈ, ਜਾਂ ਉਹ ਕਿਸ ਤਰ੍ਹਾਂ ਸੰਘਰਸ਼ ਕਰਦੇ ਨੇ, ਜਾਂ ਸਾਡਾ ਸੰਘਰਸ਼ ਉਹਨਾਂ ਨਾਲੋਂ ਕੋਈ ਵੱਖਰਾ ਹੈ। ਅਤੇ ਮੈਨੂੰ ਸਾਰਾ ਕੁਝ ਉਹ ਸੇਮ ਲੱਗਿਆ। ਅਤੇ ਲਾਹੌਰ ਦਾ ਤਜਰਬਾ ਜਿਹੜਾ ਹੈ ਨਾ, ਇੱਕ ਹੋਰ ਜਿਹੜਾ ਮੈਨੂੰ ਪਿਆਰਾ ਲੱਗਿਆ ਕਿ ਉਹਨਾਂ ਦੀ ਜੀਵਨ ਜਾਚ ਜਿਹੜੀ ਬੜੀ ਖੁੱਲ੍ਹ ਦਿਲੀ ਵਾਲੀ ਹੈ, ਉਹਨਾਂ ਦੀ ਮਹਿਮਾਨ ਨਵਾਜ਼ੀ ਬੜੀ ਖੁੱਲ੍ਹ ਦਿਲੀ ਵਾਲੀ ਆ। ਕਿਤੇ ਵੀ ਕਿਸੇ ਪਾਸੇ ਵੀ ਉਹ ਤੰਗ ਦਿਲ ਨਹੀਂ ਹੈਗੇ। ਉਹਨਾਂ ਲਈ ਮਜ਼ਹਬ ਕੋਈ ਮਾਨੇ ਨਹੀਂ ਰੱਖਦਾ ਕਿ ਇਹ ਚੜ੍ਹਦੇ ਪੰਜਾਬ 'ਚੋਂ ਆਏ ਨੇ ਜੀ, ਇਹ ਹਿੰਦੂ ਹੈ ਜਾਂ ਸਿੱਖ ਹੈ ਜਾਂ ਇਹ ਈਸਾਈ ਹੈ। ਉਹਨਾਂ ਲਈ ਚੜ੍ਹਦੇ ਪੰਜਾਬੀ ਹੈ ਜੀ। ਅਤੇ ਕਿਉਂਕਿ ਮੈਂ ਅਕਸਰ ਹੀ ਗੱਲਾਂ ਸੁਣਦੇ ਹਾਂ, ਸਾਡੇ ਬਾਹਰਲੇ ਦੋਸਤ ਵੀ ਗੱਲਾਂ ਕਰਦੇ ਨੇ, ਆਸਟ੍ਰੇਲੀਆ ਵਾਲੇ ਗੱਲਾਂ ਕਰਦੇ ਨੇ, ਇੰਗਲੈਂਡ ਵਾਲੇ ਗੱਲਾਂ ਕਰਦੇ ਨੇ। ਮੈਂ ਇੱਕ ਵਾਰ ਇੰਗਲੈਂਡ ਗਈ ਸੀ ਤਾਂ ਮੈਨੂੰ ਯਾਦ ਹੈ, ਉੱਥੇ ਮੈਨੂੰ ਪਾਕਿਸਤਾਨੀ ਫੈਮਿਲੀ ਮਿਲੀ ਸੀ, ਤਾਂ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਉਹ ਮਿਲੇ ਸੀ। ਉਹਨਾਂ ਨੇ ਇਹ ਗੱਲ ਨਹੀਂ ਸੀ ਕੀਤੀ ਕਿ ਮੈਂ ਇੰਡੀਆ ਦੀ ਹਾਂ ਅਤੇ ਮੈਂ ਇੰਡੀਆ ਵਾਲੇ ਪੰਜਾਬ ਦੀ ਹਾਂ, ਤਾਂ ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਕਰਕੇ ਗੱਲ ਕੀਤੀ ਸੀ ਵੀ ਇਹ ਪੰਜਾਬੀ ਨੇ ਜੀ, ਆਓ ਤਸਪਾਲ ਜੀ ਤੁਸੀਂ ਪੰਜਾਬੀ ਹੋ। ਅਤੇ ਇਸ ਕਰਕੇ ਮੈਨੂੰ ਪੰਜਾਬੀ ਹੋਣ ਦੇ ਨਾਤੇ ਉਹ ਮੈਨੂੰ ਆਪਣੇ ਘਰ ਲੈ ਕੇ ਗਏ ਸੀ। ਹਾਲਾਂਕਿ ਉਹ ਇੰਗਲੈਂਡ 'ਚ ਵੱਸਦੇ ਸੀ, ਉਹ ਵੀ ਲਾਹੌਰ ਦੀ ਫੈਮਿਲੀ ਸੀ। ਤਾਂ ਮੈਨੂੰ ਲੱਗਦਾ
ਕਿ ਜਿਹੜੀ ਸਾਡੀ ਇਹ ਮੁਹੱਬਤ ਤੇ ਸਾਂਝ ਹੈ, ਇਹ ਕਦੇ ਵੀ ਨਾ ਮੁੱਕਣ ਵਾਲੀ ਹੈ ਤੇ ਕਦੇ ਵੀ ਨਹੀਂ ਮੁੱਕੇਗੀ। ਤੇ ਇੱਕ ਹੋਰ ਜਿਹੜੀ, ਜੇ ਅਸੀਂ ਪਿਆਰੀ ਜਿਹੜੀ ਇੱਕ ਸੱਭਿਆਚਾਰ ਦੀ ਪਿਆਰੀ ਜਿਹੜੀ ਇੱਕ ਹੋਰ ਹੁਸੀਨ ਜਿਹੜੀ ਸਾਡਾ ਦ੍ਰਿਸ਼ ਹੈ ਲਾਹੌਰ ਦਾ, ਉਹ ਇਹ ਹੈ ਕਿ ਲਾਹੌਰ ਪੂਰੀ ਰਾਤ ਜਾਗਦਾ ਹੈ। ਲੋਕ ਪੂਰੀ ਰਾਤ ਭੱਜਦੇ ਨੇ, ਦੌੜਦੇ ਨੇ, ਸ਼ੋਪਿੰਗ ਕਰਦੇ ਨੇ, ਪੂਰੀ ਰਾਤ ਖਰੀਦੋ ਫਰੋਖਤ ਕਰਦੇ ਨੇ, ਰਾਤ ਨੂੰ ਖਾਣ ਲਈ ਬਾਹਰ ਨਿਕਲਦੇ ਨੇ। ਅਤੇ ਅਨਾਰਕਲੀ ਬਾਜ਼ਾਰ ਜਿਹੜਾ ਹੈ ਉਹ ਸਾਡਾ ਹੁਣ ਵੀ ਖਿੱਚ ਦਾ ਕੇਂਦਰ ਹੈ। ਜਦੋਂ ਅਸੀਂ ਚੜ੍ਹਦੇ ਵਾਲੇ ਜਾਂਦੇ ਹਾਂ ਤਾਂ ਅਨਾਰਕਲੀ ਬਾਜ਼ਾਰ ਜਾਂਦੇ ਹਾਂ ਅਸੀਂ। ਹੋਰ ਲਿਬਰਟੀ ਬਾਜ਼ਾਰ ਹੈ ਜੀ, ਉੱਥੇ ਉਸ ਤਰ੍ਹਾਂ ਦੀਆਂ ਸਾਡੀਆਂ ਪੁਰਾਣੀਆਂ ਜਿਹੜੀਆਂ ਦੁਕਾਨਾਂ, ਦਿੱਲੀ ਗੇਟ ਹੈ ਜੀ, ਸਰ ਗੰਗਾ ਰਾਮ ਹੌਸਪੀਟਲ ਦੀ ਪੁਰਾਣੀ ਬਿਲਡਿੰਗ ਹੈ ਸਾਡੀਆਂ, ਉਹੀ ਸ਼ਾਹੀ ਮਸਜਿਦਾਂ ਨੇ, ਸਾਡੇ ਮਹਾਰਾਜਾ ਰਣਜੀਤ ਸਿੰਘ ਦਾ ਕਿਲ੍ਹਾ ਅਸੀਂ ਦੇਖਿਆ, ਮਿਊਜ਼ੀਅਮ ਦੇਖਿਆ ਅਸੀਂ, ਜਿੰਨੇ ਵੀ ਲਾਰੈਂਸ ਗਾਰਡਨ, ਜਿੰਨੇ ਵੀ ਸੋਹਣੀਆਂ ਥਾਵਾਂ ਵੇਖੀਆਂ, ਉਹ ਪੁਰਾਣੇ ਤਰੀਕੇ ਨਾਲ ਉਹਨਾਂ ਨੇ ਉਵੇਂ ਕਾਇਮ ਰੱਖੀਆਂ ਹੋਈਆਂ ਨੇ। ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਆ ਗੁਰੂ ਸਾਹਿਬ ਦੀ ਧਰਤੀ 'ਤੇ, ਤਾਂ ਗੁਰੂ ਨਾਨਕ ਪਾਤਸ਼ਾਹ ਦਾ ਉਹ ਜਿਹੜਾ ਸਾਡਾ ਜਨਮ ਸਥਾਨ ਵਾਲੀ ਉਹ ਬਿਲਡਿੰਗ ਹੈ, ਉਹਨੂੰ ਰੈਨੋਵੇਟ ਕਰਕੇ ਬੜੇ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ, ਬੜੇ ਸੋਹਣੇ ਤਰੀਕੇ ਨਾਲ ਉਹਦਾ ਰੱਖ ਰਖਾਵ ਕੀਤਾ ਹੋਇਆ। ਬੜੀ ਪਿਆਰੀ ਉਹਨਾਂ ਦੀ ਕਮੇਟੀ ਹੈ, ਗੁਰਦੁਆਰਾ ਪ੍ਰਬੰਧਕ ਕਮੇਟੀ। ਅਤੇ ਮੈਨੂੰ ਲੱਗਦਾ ਹੁੰਦਾ ਵੀ ਕਿਤੇ ਵੀ ਕੋਈ ਵਖਰੇਵਾਂ ਨਹੀਂ ਹੈ। ਮੇਰੇ ਲਈ ਇਹ ਬਹੁਤ ਹੀ ਪਿਆਰਾ, ਮੇਰੀ ਜ਼ਿੰਦਗੀ ਦਾ ਨਾ ਭੁੱਲਣਯੋਗ ਤਜਰਬਾ, ਮੈਮੋਰੇਬਲ, ਮਤਲਬ ਇੱਕ ਜਿਹੜੀ ਹੈ ਉਹ ਇੱਕ ਇਹ ਮੇਰੇ ਲਈ ਚੀਜ਼ ਸ਼ਾਮਿਲ ਹੋ ਗਈ ਮੇਰੀ ਜ਼ਿੰਦਗੀ ਦੇ ਵਿੱਚ, ਜਿਹਨੂੰ ਮੈਂ ਕਦੇ ਵੀ ਨਹੀਂ, ਮੈਂ ਆਉਣ ਵਾਲੇ ਦਿਨਾਂ ਵਿੱਚ ਇਹਦੇ ਬਾਰੇ ਲਿਖਾਂਗੀ ਵੀ, ਅਤੇ ਮੈਂ ਹੋਰ ਵੀ ਤਜਰਬੇ ਜਿਹੜੇ ਆਪਣੀ ਲੇਖਣੀ ਜ਼ਰੀਏ ਸਾਂਝੇ ਕਰਾਂਗੀ। ਅਤੇ ਬਾਕੀ ਰਹੀ ਗੱਲ ਕਿ ਇਹ ਸਿਰਫ ਹੁਕੂਮਤਾਂ ਦੇ ਟਕਰਾਅ ਦੀ ਗੱਲ ਹੋ ਸਕਦੀ ਹੈ, ਲੋਕਾਂ ਦਾ ਕੋਈ ਟਕਰਾਅ ਹੈ ਹੀ ਨਹੀਂ ਹੈ, ਆਵਾਮ ਦਾ ਕੋਈ ਟਕਰਾਅ ਹੈ ਹੀ ਨਹੀਂ ਹੈ। ਮੈਂ ਫਿਰ ਦੁਬਾਰਾ ਆਖਾਂਗੀ ਕਿ ਅਸੀਂ ਮੁਹੱਬਤਾਂ ਵਾਲੇ ਲੋਕ ਹਾਂ। ਖਾਸ ਕਰਕੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਇਕੱਲਾ ਪੰਜਾਬ ਹੀ ਨਹੀਂ, ਬਾਕੀ ਸਟੇਟਸ ਵੀ ਇਸ ਤਰ੍ਹਾਂ ਹੀ ਨੇ, ਕੋਈ ਬਹੁਤਾ ਕੋਈ ਅੰਦਰ ਨਹੀਂ ਹੈ। ਕਿ ਮੈਨੂੰ ਨਹੀਂ ਲੱਗਦਾ ਕਿ ਇੱਕ ਲੀਕ ਮਾਰਨ ਨਾਲ ਵਿਚਾਲੇ ਕਿ ਦੋ ਮੁਲਕਾਂ ਦੀ ਵੰਡ ਹੋ ਜਾਂਦੀ ਹੈ। ਕਿਸੇ ਮੁਲਕ ਦੇ ਸੱਭਿਆਚਾਰ ਨੂੰ, ਕਿਸੇ ਮੁਲਕ ਦੀ ਬੋਲੀ ਨੂੰ, ਕਿਸੇ ਮੁਲਕ ਦੇ ਟਰੇਡ ਨੂੰ, ਕਿਸੇ ਮੁਲਕ ਦੀ ਆਪਸੀ ਮੁਹੱਬਤ ਅਤੇ ਸਾਂਝ ਨੂੰ ਵੰਡਣਾ ਇੰਨਾ ਸੌਖਾ ਕੰਮ ਨਹੀਂ ਹੁੰਦਾ, ਅਤੇ ਉਹ ਕਦੇ ਵੀ ਹੋ ਵੀ ਨਹੀਂ ਸਕੇਗਾ। ਨਹੀਂ, ਬਿਲਕੁਲ ਤੁਹਾਡੀ ਸਹੀ ਗੱਲ ਹੈ ਜੀ, ਕਿ ਜਿਹੜੀ ਮੁਹੱਬਤਾਂ ਦੀ ਸਾਂਝ ਹੈ ਅਤੇ ਜਿਹੜੀ ਖੂਨ ਦੀ ਸਾਂਝ ਹੈ, ਉਹਨੂੰ ਜਿਹੜੀਆਂ ਸਰਹੱਦਾਂ ਨੇ ਉਹ ਕਦੇ ਵੀ ਵੰਡ ਨਹੀਂ ਸਕਦੀਆਂ, ਉਹਨੂੰ ਮਿਟਾ ਨਹੀਂ ਸਕਦੀਆਂ। ਇਸੇ ਕਰਕੇ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਸਾਡੇ ਅੰਦਰ ਵੀ ਹਮੇਸ਼ਾ ਉਹਨਾਂ ਲਈ ਮੁਹੱਬਤ ਜਿਹੜੀ ਹੈ ਉਹ ਉੱਥੇ ਹੀ ਕਾਇਮ ਹੈ, ਅਤੇ ਉਹਨਾਂ ਅੰਦਰ ਵੀ ਜਿਹੜੀ ਮੁਹੱਬਤ ਹੈ ਸਾਡੇ ਲਈ ਉੱਥੇ ਹੀ ਕਾਇਮ ਹੈ। ਤੁਸੀਂ ਜਿਵੇਂ ਕਿਹਾ ਕਿ ਇਹ ਇੱਕ ਯਾਦਗਾਰੀ ਪਲ ਸੀ ਤੁਹਾਡੇ ਲਈ, ਅਤੇ ਇੱਕ ਹੋਰ ਯਾਦਗਾਰੀ ਪਲ ਵੀ ਤੁਹਾਡੇ ਲਈ ਜਿਹੜਾ ਉਹ ਸੀਗਾ ਕਿ ਤੁਹਾਡੀ ਜਿਹੜੀ ਕਿਤਾਬ ਹੈ ਸ਼ਾਹਰਗ, ਉਹ ਉੱਥੇ ਸ਼ਾਹਮੁਖੀ ਦੇ ਵਿੱਚ ਜਿਹੜੀ ਹੈ ਉਹਦਾ ਲਿਪੀਅੰਤਰ ਹੋਇਆ ਅਤੇ ਉੱਥੇ ਉਹ ਰਿਲੀਜ਼ ਕੀਤੀ ਗਈ। ਤੁਸੀਂ ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜਿਹੜਾ ਥੋੜ੍ਹਾ ਚਾਨਣਾ ਪਾਓ। ਸ਼ਾਹਰਗ ਮੇਰੀ ਨਵੀਂ ਹੁਣੇ ਕਵਿਤਾ ਦੀ ਪੁਸਤਕ ਹੈ। ਪਹਿਲਾਂ ਮਾਣਯੋਗ ਪ੍ਰਬੰਧਕ ਕਮੇਟੀ SD ਕਾਲਜ ਬਰਨਾਲਾ ਨੇ ਨਵੰਬਰ ਦੇ ਮਹੀਨੇ ਇੱਥੇ ਗੁਰਮੁਖੀ ਵਿੱਚ ਜਿਹੜੀ ਉਹ ਰਿਲੀਜ਼ ਕੀਤੀ ਸੀ, ਜਿਹਦੇ ਵਿੱਚ ਤੁਸੀਂ ਚਿੱਤਰਾਂ ਬਾਰੇ ਜ਼ਿਕਰ ਕਰ ਰਹੇ ਸੀ, ਜਿਹਦੇ ਨਾਲ ਮੈਂ ਥੋੜ੍ਹੀ ਸਕੈਚਿੰਗ ਰੇਖਾ ਚਿੱਤਰ ਵੀ ਬਣਾਏ ਨੇ। ਤਾਂ ਉਹ ਜਿਹੜੀ ਕਿਤਾਬ ਹੈ ਸਾਡੇ ਪਰਲੇ ਪੰਜਾਬ ਵਿੱਚ ਵੀ ਆਸਿਨ ਪਬਲੀਕੇਸ਼ਨ ਨੇ ਛਾਪੀ ਆ, ਲਾਹੌਰ ਦੇ ਨੇ, ਅਤੇ ਲਾਹੌਰ ਵਿਖੇ ਹੀ ਉਹ ਸਾਡੀ ਇਸ 31 ਜਿਹੜੀ 31ਵੀਂ ਸਾਡੀ ਵਰਲਡ ਪੰਜਾਬੀ ਕਾਂਗਰਸ ਸੀ, ਇਹਦੇ ਵਿੱਚ ਉਹ ਰਿਲੀਜ਼ ਕੀਤੀ ਗਈ। ਅਤੇ ਮੁਨੀਰ ਹੁਸ਼ਿਆਰਪੁਰੀਆ ਨੇ ਲਾਹੌਰ ਦੇ, ਹੁਸ਼ਿਆਰਪੁਰ ਦੀ ਬੈਕਗਰਾਊਂਡ ਦੀ ਉਹਨਾਂ ਦੇ ਜਿਹੜੇ ਵੱਡੇ ਵਡੇਰੇ ਸੀ, ਪੁਰਖੇ ਸੀ, ਉਹ ਹੁਸ਼ਿਆਰਪੁਰ ਤੋਂ ਗਏ ਹੋਏ ਨੇ, ਉਹ ਬੜਾ ਪ੍ਰੇਮ ਦਿੰਦੇ ਨੇ। ਉਹ ਮੁਨੀਰ ਹੁਸ਼ਿਆਰਪੁਰੀਆ ਨੇ ਉਹਦਾ ਲੱਥਾ ਕੀਤਾ, ਲਿਪੀਅੰਤਰ ਕੀਤਾ ਉਹਨੂੰ, ਅਤੇ ਉਸ ਕਿਤਾਬ ਨੂੰ ਛਾਪਿਆ ਗਿਆ ਅਤੇ ਬੜਾ ਪਿਆਰ ਦਿੱਤਾ ਹੈ ਲਾਹੌਰੀਆਂ ਨੇ ਉਹਨੂੰ। ਅਤੇ ਅੱਜ ਹੀ ਮੈਨੂੰ ਇੱਕ ਹੋਰ ਵੀ ਮੈਸੇਜ ਆਇਆ ਸੀ ਕਿ ਸ਼ਹੀਦ ਭਗਤ ਸਿੰਘ ਦੀ ਲਾਇਬ੍ਰੇਰੀ ਉਹਨਾਂ ਦੇ ਘਰ ਵਿਖੇ ਜਿਹੜੀ ਬਣਾਈ ਗਈ ਹੈ, ਭਗਤ ਸਿੰਘ ਹੋਰਾਂ ਦਾ ਘਰ ਜਿਹੜਾ ਹੈ, ਉਹਨਾਂ ਦਾ ਮਿਊਜ਼ੀਅਮ ਬਣਿਆ ਹੋਇਆ, ਉੱਥੇ ਇੱਕ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਉੱਧਰਲੇ ਪੰਜਾਬ ਵਾਲਿਆਂ ਨੇ। ਤਾਂ ਉਹਦੇ ਵਿੱਚ ਵੀ ਆਪਣੀਆਂ ਕਿਤਾਬਾਂ ਜਿਹੜੀਆਂ ਨੇ ਉਹ ਪਹੁੰਚ ਗਈਆਂ ਨੇ। ਮੈਨੂੰ ਹੁਣੇ ਮੈਸੇਜ ਮੈਨੂੰ ਲੱਗਿਆ ਹੋਵੇ ਕਿ ਸਾਡੇ ਜਿੰਨੇ ਵੀ ਸਾਡੇ ਵਿੱਦਿਅਕ ਅਦਾਰੇ ਨੇ, ਸਾਡੇ ਇੰਸਟੀਟਿਊਸ਼ਨ ਨੇ, ਉੱਥੇ ਸਾਰੇ ਕਿਤੇ ਆਪਣੀ ਜਿਹੜੀ ਕਿਤਾਬ ਹੈ ਇਹ ਸ਼ਾਹਰਗ ਪਹੁੰਚੀ ਹੈ, ਅਤੇ ਸਾਰਿਆਂ ਨੇ ਇਹਦਾ ਬੜਾ ਸਾਨੂੰ ਪਿਆਰ ਦਿੱਤਾ ਹੈ, ਇਹਦਾ ਚੰਗਾ ਸਾਨੂੰ ਜਿਹੜਾ ਹੈ ਹੁੰਗਾਰਾ ਮਿਲਿਆ। ਇਹ ਕੇਵਲ ਤੁਹਾਡੇ ਲਈ ਮਾਣ ਵਾਲੀ ਗੱਲ ਨਹੀਂ ਹੈ, ਇਹ ਸਮੁੱਚਾ ਜਿਹੜਾ ਕਹਿ ਲਓ ਕਿ ਸਾਡੇ ਚੜ੍ਹਦੇ ਪੰਜਾਬ ਦੇ ਜਿਹੜਾ ਸਾਹਿਤ ਜਗਤ ਹੈ ਉਹਦੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਤੁਹਾਡੀ ਜਿਹੜੀ ਕਿਤਾਬ ਹੈ ਅੱਜ ਉਹ ਪਾਕਿਸਤਾਨ ਦੇ ਜਿਹੜਾ ਹੈ ਕੋਨੇ-ਕੋਨੇ ਦੇ ਵਿੱਚ ਪਹੁੰਚ ਚੁੱਕੀ ਹੈ। ਅਤੇ ਮੈਨੂੰ ਉਮੀਦ ਹੈ ਕਿ ਉਹਨੂੰ ਜਿਹੜੇ ਵੀ ਪੜ੍ਹਨਗੇ ਉਹ ਜ਼ਰੂਰ ਸਾਡੇ ਇੱਧਰ ਦੀ ਜਿਹੜੀ ਕਹਿ ਲਓ ਕਿ ਮੁਹੱਬਤ ਦੇ ਰੰਗਾਂ ਨੂੰ ਜ਼ਰੂਰ ਮਾਨਣਗੇ ਉਹਦੇ ਵਿੱਚੋਂ। ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਕੀਤੀ, ਅਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਸਾਨੂੰ ਸੁਣ ਰਹੇ ਨੇ ਲੋਕ, ਸਾਡੇ ਸਰੋਤੇ, ਉਹ ਜਿਹੜਾ ਉਹਨਾਂ ਦੇ ਮਨਾਂ ਦੇ ਅੰਦਰ ਭੁਲੇਖੇ ਸੀ ਪਾਕਿਸਤਾਨ ਨੂੰ ਲੈ ਕੇ ਜਾਂ ਉੱਥੋਂ ਦੇ ਲੋਕਾਂ ਨੂੰ ਲੈ ਕੇ, ਸ਼ਾਇਦ ਇਸ ਗੱਲਬਾਤ ਤੋਂ ਬਾਅਦ ਉਹ ਭੁਲੇਖੇ ਜ਼ਰੂਰ ਜਿਹੜੇ ਆ ਉਹ ਦੂਰ ਹੋ ਗਏ ਹੋਣਗੇ। ਅਤੇ ਕਿਉਂਕਿ ਜਿਹੜਾ ਸਾਡਾ TV ਹੈ ਜਾਂ ਸਾਡੇ ਜਿਹੜੇ ਅਖਬਾਰ ਨੇ ਜਾਂ ਸਾਡਾ ਜਿਹੜਾ ਹੋਰ ਮੀਡੀਆ ਹੈ,
ਉਹ ਸਾਡਾ ਮੀਡੀਆ ਹੋਰ ਹਾਂ ਉਹ ਉਹਨਾਂ ਨੂੰ ਉਹ ਪਾਕਿਸਤਾਨ ਨੂੰ ਸਾਡਾ ਦੁਸ਼ਮਣ ਬਣਾ ਕੇ ਪੇਸ਼ ਕਰਦਾ ਹੈ, ਜਦ ਕਿ ਸਾਡੇ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਕਿਤੇ ਵੀ ਇਹ ਖਾਰ ਜਿਹੜੀ ਹੈ ਇੱਕ ਦੂਜੇ ਲਈ ਨਹੀਂ ਹੈ। ਤਾਂ ਇਸ ਮੁਲਾਕਾਤ ਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਇਹ ਜੇ ਕਿਸੇ ਦੇ ਮਨ ਨੂੰ ਸਾਡੀ ਇਹ ਮੁਲਾਕਾਤ 50% ਵੀ ਬਦਲ ਦਿੰਦੀ ਹੈ ਤਾਂ ਮੈਨੂੰ ਲੱਗਦਾ ਸਾਡੀ ਇਹ ਮੁਲਾਕਾਤ ਜਿਹੜੀ ਹੈ ਇਹ ਸਾਰਥਕ ਸਿੱਧ ਹੋਵੇਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ। ਧੰਨਵਾਦ। ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰਵੇਸ਼ ਜੀ। ਐਸਟੀਪੀ ਟੀਮ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ।